ਸੁਨੀਲ ਜਾਖੜ ਹੋਣਾ ਨੇ ਗੱਲਬਾਤ ਕੀਤੀ ਅਰੁਣ ਨਾਰੰਗ ਨਾਲ ਜੀ ਮਾੜੀ ਗੱਲ ਹੋਈ ਹੈ ਨਹੀਂ ਹੋਣਾ ਚਾਹੀਦਾ ਸੀ ਜਾਂ ਮਨ ਚ ਆਇਆ ਵੀ ਕਰ ਲੈਣੀ ਚਾਹੀਦੀ। ਜੋ ਲੋਕ ਅੱਜ ਚਿੰਤਾ ਜ਼ਾਹਿਰ ਕਰ ਰਹੇ ਹੈ ਵੀ ਬੀਜੇਪੀ ਦੇ ਇੱਕ ਐਮਐਲਏ ਦੇ ਕੱਪੜੇ ਪਾੜੇ ਗਏ, ਉਦੋਂ ਨਹੀਂ ਉਹਦੇ ਉਸ ਟਾਈਮ ਵੀ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਜਦੋਂ ਬਿੱਟੂ ਦੀ ਪੱਗ ਲਾਈ ਗਈ ਸੀ। ਅਗਰ ਜੇ ਅੱਜ ਆਰਐਸਐਸ ਦੇ ਖਿਲਾਫ ਮਤਾ ਪਾਸ ਹੁੰਦਾ ਹੈ, ਉਸ ਦਿਨ ਕਿਉਂ ਨਹੀਂ ਹੋਇਆ ਜਦੋਂ ਇੱਥੇ ਆ ਕੇ ਆਰਐਸਐਸ ਨੇ ਇੱਥੇ ਆ ਕੇ ਘਰ ਵਾਪਸੀ ਦੀ ਮੁਹਿੰਮ ਚਾਲੂ ਕੀਤੀ ਸੀ। ਕੀ ਇਹ ਹਿੰਦੂ ਸਿੱਖ ਕਰਕੇ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ? ਹਿੰਦੂ ਸੈਕਸ਼ਨ ਇੱਕ ਪਾਸੇ, ਸਿੱਖ ਇੱਕ ਪਾਸੇ। ਗੈਂਗ ਜਿਹੜੇ ਕਹਿੰਦੇ ਟੁਕੜੇ ਟੁਕੜੇ ਗੈਂਗ ਆ, ਬੀਜੇਪੀ ਵਾਲੇ ਟੁਕੜੇ ਟੁਕੜੇ ਕਰਕੇ ਛੱਡਣਗੇ ਪੰਜਾਬ ਦੇ ਸਾਹਿਬ। ਐਂਡ ਆਮ ਸੇਇੰਗ ਇਟ ਔਨ ਵਿਦ ਰਿਸਪੌਂਸਿਬਿਲਿਟੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਇੱਕ ਡਿਮਾਂਡ ਕਰਦੇ ਆ, ਕਹਿੰਦੇ ਆਰਐਸਐਸ ਬੈਨ ਹੋਣੀ ਚਾਹੀਦੀ। ਉਹ ਕਹਿ ਰਹੇ ਸਾਹਿਬ ਜਦੋਂ ਅੰਦਰ ਬੈਠੇ ਸੀ ਉਦੋਂ ਨਹੀਂ ਬੋਲੇ। ਦੇ ਸ਼ੁੱਡ ਹੈਵ ਲੈਫਟ ਦ ਪਾਰਟੀ। ਆਪਣਾ ਨੂੰਹ ਮਾਂਸ ਵਾਲਾ ਰਿਸ਼ਤਾ ਉਸ ਦਿਨ ਛੱਡ ਦਿੰਦੇ। 10 ਮਹੀਨੇ ਪਹਿਲਾਂ ਅਕਾਲੀ ਦਲ ਰੈਲੀਆਂ ਸ਼ੁਰੂ ਕਰ ਦਿੰਦਾ, ਇੱਕ ਤੋਂ ਬਾਅਦ ਇੱਕ ਕੈਂਡੀਡੇਟ ਅਨਾਉਂਸ ਕਰਨੇ ਸ਼ੁਰੂ ਕਰ ਦਿੰਦਾ ਹੈ, ਔਰ ਕੰਪੈਰੀਟਿਵਲੀ ਕਾਂਗਰਸ ਚੁੱਪਚਾਪ ਕਿਉਂ ਬੈਠੀ ਹੈ? ਇੱਕ ਕੌਨਫੀਡੈਂਸ ਹੈ ਕਿ ਓਵਰ ਕੌਨਫੀਡੈਂਸ? ਬੁਖਲਾਹਟ ਆ ਰਹੀ ਹੈ ਸੁਖਬੀਰ ਜੀ ਦੀ ਵੀ ਇਹ ਕੋਈ ਤੁਰ ਨਾ ਜਾਣ, ਕਿ ਜਾ ਕੇ ਢੀਂਡਸਾ ਸਾਹਿਬ ਦੇ ਖਾਤੇ ਨਾ ਚੜ ਜਾਣ, ਕੋਈ ਬ੍ਰਹਮਪੁਰਾ ਸਾਹਿਬ ਦੇ ਕੋਲ ਨਾ ਜਾ ਕੇ ਚੜ ਜਾਣ, ਕਿਤੇ ਹੋਰ ਪਾਸੇ ਨਾ ਜਾ ਤੁਰਨ। ਉਹਨਾਂ ਨੂੰ ਈਅਰ ਮਾਰਕ ਕਰਨ ਵਾਸਤੇ ਵੀ ਤੁਸੀਂ ਮੈਂ ਤੁਹਾਨੂੰ ਟਿਕਟ ਦੇ ਦੂੰਗਾ, ਟਿਕਟ ਵਾਸਤੇ ਨਾ ਭੱਜ ਕੇ ਜਾਇਓ। ਪ੍ਰੈਸ ਟਿਕਟ ਤਾਂ ਕਰਨਗੇ ਕੀ ਸਾਹਿਬ? ਫਿਰ ਤੁਹਾਨੂੰ ਸੁਖਬੀਰ ਬਾਦਲ ਦਾ ਬਦਲ ਲੱਗਦਾ ਕੀ ਹੈ ਅਕਾਲੀ ਦਲ 'ਚ? ਪੁੱਛ ਕੇ ਦੇਖੋ, ਤੁਸੀਂ ਕਿਹਨੂੰ ਫਰੋਲ ਕੇ ਦੇਖੋ, ਕਿਸੇ ਦੇ ਹੱਥ ਲਾ ਕੇ ਦੇਖੋ, ਕਿੰਨਿਆਂ ਕੋਲ ਅਚਕਨਾਂ ਤਿਆਰ ਪਈਆਂ। ਜੇ ਜਾ ਕੇ ਕਿਸੇ ਨਾਲ ਗੱਲ ਕਰਕੇ ਦੇਖੋਗੇ, ਜੇ ਆਦੇਸ਼ ਪ੍ਰਤਾਪ ਕੈਰੋ ਜੀ ਨਾਲ ਗੱਲ ਕਰਕੇ ਦੇਖੋਗੇ, ਚਾਹੇ ਜਾ ਕੇ ਚੰਦੂ ਮਾਜਰਾ ਜੀ ਨਾਲ ਗੱਲ ਕਰਕੇ ਦੇਖੋਗੇ, ਹੀ ਵਿਲ ਹੈਵ ਸੋ ਮੈਨੀ ਆਈਡੀਆਜ਼, ਵਿਜ਼ਨ, ਜਿਹੜੇ ਉਹ ਕਹਿਣਗੇ ਵੀ ਆਹ ਕਰ ਸਕਦੇ ਆ। ਕਾਂਗਰਸ ਨੇ ਸਰਵੇ ਕਰਵਾਉਣਾ ਸ਼ੁਰੂ ਕਰ ਦਿੱਤਾ ਕੈਂਡੀਡੇਟਸ ਦੇ ਲਈ। Every factor has to be counted. Winnability, representation, every section has to be represented. ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ। ਅੱਜ ਕੱਲ ਤਾਂ ਹਾਲ ਹੈ, ਉੱਥੇ ਬੈਠੇ ਮਿਰਜ਼ੇ ਬਣੇ ਬੈਠੇ, ਚਿੱਠੀਆਂ ਰੋਜ਼ ਕੱਢ ਦਿੰਦੇ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜੀ ਗਈਆਂ ਚਿੱਠੀਆਂ ਇਨੀ ਦਿਨੀ ਸੂਬੇ ਤੇ ਬੰਬ ਦੀ ਤਰ੍ਹਾਂ ਡਿੱਗ ਰਹੀਆਂ ਨੇ। ਚਾਹੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਮਸਲਾ ਹੋਵੇ ਜਾਂ ਫਿਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਵੱਲੋਂ ਮਜ਼ਦੂਰਾਂ ਨੂੰ ਨਸ਼ਾ ਦੇ ਕੇ ਮਜ਼ਦੂਰੀ ਕਰਵਾਉਣ ਦਾ ਮਸਲਾ ਹੋਵੇ, ਸਿਆਸੀ ਸਫਾ ਦੇ ਵਿੱਚ ਵੱਡੀ ਚਰਚਾ ਦਾ ਮੁੱਦਾ ਬਣੀਆਂ ਰਹੀਆਂ ਨੇ। ਪਰ ਇਨੀ ਦਿਨੀ ਸ਼੍ਰੋਮਣੀ ਅਕਾਲੀ ਦਲ ਦੀਆਂ ਇੱਕ ਤੋਂ ਬਾਅਦ ਇੱਕ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਅਨਾਉਂਸਮੈਂਟ ਕੈਂਡੀਡੇਟਸ ਦੀ, ਉਹ ਵੀ ਸਿਆਸੀ ਸਫਾ ਦੇ ਵਿੱਚ ਖਾਸੀ ਚਰਚਾ ਬਟੋਰ ਰਹੇ ਨੇ। ਕਾਂਗਰਸ ਦੀ ਚੋਣਾਂ ਨੂੰ ਲੈ ਕੇ ਕੀ ਤਿਆਰੀ ਹੈ ਤੇ ਕੇਂਦਰ ਦੀਆਂ ਇਹਨਾਂ ਚਿੱਠੀਆਂ ਨੂੰ ਪੰਜਾਬ ਕਿਸ ਤਰ੍ਹਾਂ ਦੇ ਨਾਲ ਰਿਸਪੌਂਡ ਕਰ ਰਿਹਾ ਹੈ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਜੁੜ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ। ਸਰ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਪਾਟਿਆ ਸਾਹਿਬ, ਥੈਂਕ ਯੂ ਸੋ ਮਚ। ਜਾਖੜ ਸਾਹਿਬ, ਸਭ ਤੋਂ ਪਹਿਲਾਂ ਆਪਾਂ ਚਿੱਠੀਆਂ ਦੀ ਗੱਲ ਕਰ ਲੈਂਦੇ ਹਾਂ, ਹਨਾ। ਇੱਕ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਜਿਸ ਤਰ੍ਹਾਂ ਟਾਰਗੇਟ ਕਰਨ ਦੀ ਕੋਸ਼ਿਸ਼ ਹੈ ਵੀ ਤੁਸੀਂ ਨਾਰਾਜ਼ ਹੋ ਇੱਕ ਸਟੇਟ ਤੋਂ। ਇਹਦੀ ਗੱਲ ਚੱਲ ਰਹੀ ਸੀ ਕਿ ਪੰਜਾਬ ਤੋਂ ਨਾਰਾਜ਼ ਹੈ ਕੇਂਦਰ ਸਰਕਾਰ, ਪਰ ਹੁਣ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਲੈਟਰ ਆ ਰਹੇ ਨੇ, ਇਹ ਲੱਗ ਰਿਹਾ ਕਿ ਨਾਰਾਜ਼ਗੀ ਬਹੁਤ ਜ਼ਿਆਦਾ ਹੈਗੀ ਹੈ। ਪੰਜਾਬ ਇਹਨੂੰ ਕਿਸ ਤਰ੍ਹਾਂ ਦੇ ਨਾਲ ਰਿਸਪੌਂਡ ਕਰ ਰਿਹਾ? ਨਾਰਾਜ਼ਗੀ ਤਾਂ ਬੜਾ ਇੱਕ ਮੋਡਰੇਟ ਜਿਹਾ ਵਰਡ ਹੈ ਪਾਟਿਆ ਸਾਹਿਬ ਜਿਹੜਾ ਤੁਸੀਂ ਇਸਤੇਮਾਲ ਕੀਤਾ ਹੈ। ਤਾਂ ਨਾਰਾਜ਼ਗੀ ਤੋਂ ਹੱਦ ਬਾਹਰ ਅੱਗੇ ਬਹੁਤ ਅੱਗੇ ਤਾਈਂ ਵੱਧ ਚੁੱਕੀ ਹੈ। ਅੱਜ ਤੋਂ ਨਹੀਂ, ਜਦੋਂ ਦਾ ਕਿਸਾਨੀ ਸੰਘਰਸ਼ ਚਾਲੂ ਹੋਇਆ, ਜਦੋਂ ਦੇ ਕਾਲੇ ਕਾਨੂੰਨ ਆਏ ਹੈ, ਉਸੇ ਦਿਨ ਤੋਂ ਚਾਹੇ ਇਕਨੋਮਿਕ ਜਿਹੜੀ ਸੈਂਕਸ਼ਨ ਸਾਡੇ ਤੇ ਲਾਈਆਂ ਗਈਆਂ, ਰੇਲਵੇ ਬਲੌਕੇਡ ਕੀਤਾ ਗਿਆ। ਮੈਂ ਪਹਿਲਾਂ ਵੀ ਕਿਹਾ ਸੀ ਵੀ ਆ ਜਿਹੜੇ ਬਲੌਕੇਡ ਹੁੰਦੇ ਆ, ਇਹ ਤਾਂ ਇੰਟਰਨੈਸ਼ਨਲ ਲੈਵਲ ਤੇ ਹੁੰਦੇ ਆ। ਵੀ ਜਦੋਂ ਅਮਰੀਕਾ ਦੀ ਇਰਾਕ ਨਾਲ ਫਰਕ ਪੈ ਗਿਆ, ਉਹ ਜਿਹੜਾ ਉਹਨਾਂ ਨੇ ਹਾਰਮੂਜ਼ ਸਟ੍ਰੇਟ ਸੀ ਉਹਨੂੰ ਬਲੌਕੇਡ ਕਰਤਾ। ਕਿਊਬਾ ਨਾਲ ਝਗੜਾ ਪਿਆ, ਬੜਾ ਬੇ ਆਫ ਪਿਗਸ ਦਾ ਬਹੁਤ ਵੱਡਾ ਝਗੜਾ ਸੀਗਾ, ਜਦੋਂ ਇਹਨਾਂ ਨੇ ਉਹ ਬੇ ਆਫ ਪਿਗਸ ਦਾ ਬਲੌਕੇਡ ਕਰਤਾ ਵੀ ਕਿਊਬਾ 'ਚ ਨਾ ਕਿਸੇ ਨੂੰ ਵੜਨ ਦੇਣਾ। ਸਾਡੇ ਇੱਥੇ ਰੇਲਵੇ ਬਲੌਕੇਡ ਕਰਤਾ, ਸਾਡੇ GST ਰੋਕ ਲਈ, ਇਕਨੋਮਿਕ ਸੈਂਕਸ਼ਨ ਲਾਤੀਆਂ। ਕਿਸੇ ਇੱਕ ਦੇਸ਼ ਦੇ ਅੰਦਰ ਰੇਲਵੇ ਨੂੰ ਬੰਦ ਕਰ ਦੇਣਾ ਸਾਹਿਬ, ਤਾਂ ਆਪਣੇ ਆਪ 'ਚ ਇੱਕ ਅਜੂਬਾ ਹੈ। ਪਰ ਫਿਰ ਵੀ ਪੰਜਾਬ ਵਾਲੇ ਤਗੜੇ ਜਿਗਰੇ ਦੇ ਲੋਕ ਹੈ, ਫਿਰ ਵੀ ਧੱਕੀ ਤੁਰੇ ਆਏ ਅਸੀਂ। ਜਿਹੜੀ ਚਿੱਠੀਆਂ ਦੀ ਗੱਲ ਤੁਸੀਂ ਕੀਤੀ ਹੈ, ਉਦੋਂ ਕਹਿੰਦੇ ਹੁੰਦੇ ਸੀ, ਕਹਿੰਦਾ ਡਾਕਟਰ ਮਨਮੋਹਨ ਸਿੰਘ ਚਿੱਠੀਆਂ ਲਿਖਦੇ ਹੈ ਪਾਕਿਸਤਾਨ ਨੂੰ, ਨਵਾਜ਼ ਸ਼ਰੀਫ ਹੋਰਾਂ ਨੂੰ।
ਮੈਂ ਉਹਨਾਂ ਨੂੰ ਸਬਕ ਸਿਖਾਊਂਗਾ, ਨਵਾਜ਼ ਸ਼ਰੀਫ ਉਹਨਾਂ ਨੂੰ, ਪਾਕਿਸਤਾਨ ਨੂੰ। ਉਹ ਅੱਜ ਕੱਲ੍ਹ ਚਿੱਠੀਆਂ ਨਹੀਂ ਭੇਜਦੇ, ਸਾਨੂੰ ਤਾਂ ਸਬਕ ਸਿਖਾਉਣ ਦੇ ਮੂਡ 'ਚ ਹੀ ਹੈ। ਦੁਸ਼ਮਣ ਦੇ ਨਿਗਾਹ ਨਾਲ ਦੇਖਦੇ ਆ, ਮਤਰੇਈ ਮਾਂ ਵਾਲਾ ਵਿਵਹਾਰ ਵੀ ਪਿੱਛੇ ਰਹਿ ਗਿਆ। ਹੁਣ ਤਾਂ ਬੜੀ ਕੌੜੀ ਅੱਖ ਨਾਲ ਪੰਜਾਬ ਨੂੰ ਦੇਖ ਰਹੇ ਆ, ਜਿਸ ਤਰ੍ਹਾਂ ਸਬਕ ਸਿਖਾਣਾ ਹੈ। ਜਾਖੜ ਸਾਹਿਬ, ਜਿਹੜੀ ਚਿੱਠੀ ਅਸੀਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਗੱਲ ਪਹਿਲੇ ਕਰ ਲੈਂਦੇ ਹਾਂ, ਇਹ ਕਿਉਂ ਜ਼ਰੂਰੀ ਨਹੀਂ ਲੱਗਦਾ? ਤੁਹਾਨੂੰ ਲੱਗਦਾ ਕਿ ਸਿੱਧੀ ਅਦਾਇਗੀ ਕਿਉਂ ਨਹੀਂ ਹੋਣੀ ਚਾਹੀਦੀ? ਕਿਉਂਕਿ ਕੁਝ ਕਿਸਾਨ ਲੀਡਰ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਸਿੱਧੀ ਅਦਾਇਗੀ ਠੀਕ ਹੈ, ਉਹ ਇਸ ਫੇਵਰ 'ਚ ਹੈ, ਕਿਉਂ ਨਹੀਂ ਹੋਣੀ ਚਾਹੀਦੀ? ਤੁਹਾਨੂੰ ਲੱਗਦਾ ਕਿ ਜੇ ਆੜਤੀਆਂ ਦੇ ਨਾਲ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਹੈ ਤੇ ਕਿਸਾਨਾਂ ਨਾਲ ਵੀ ਗੱਲ ਕਰ ਲੈਂਦੇ, ਕਿ ਤੁਸੀਂ ਕੀ ਚਾਹੁੰਦੇ ਹੋ? ਦੇਖੋ, ਕਿਸਾਨਾਂ ਨਾਲ ਅਗਰ ਕਿਸੇ ਨੇ ਕੋਈ ਗੱਲ ਕੀਤੀ ਹੈ ਤਾਂ ਕੈਪਟਨ ਸਾਹਿਬ ਨੇ ਹੀ ਕੀਤੀ ਹੈ। 2 ਵਾਰ ਅਸੀਂ ਸਾਰੀ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਮੀਟਿੰਗ ਹੋਈ। ਕੱਲ ਖੁਦ ਜਿਹੜਾ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰ ਰਹੇ ਹੋ, ਉਹਦੇ ਖੁਦ ਉਹਨਾਂ ਨੇ ਪ੍ਰੋਫੈਸਰ ਦਰਸ਼ਨਪਾਲ ਜੀ ਨੇ ਜਿਹੜੀ ਗੱਲ ਕਹੀ ਹੈ ਵੀ ਟਾਈਮਿੰਗ ਗਲਤ ਹੈ। ਟਾਈਮਿੰਗ ਕਿਉਂ ਗਲਤ ਹੈ? ਪਰ ਉਹਨਾਂ ਨੇ ਕਿਹਾ ਠੀਕ ਹੈ, ਡਾਇਰੈਕਟ ਟ੍ਰਾਂਸਫਰ ਹੋਣੀ ਚਾਹੀਦੀ ਹੈ। ਦੇਖੋ, ਅੱਧੇ ਉਹਨਾਂ ਦੇ ਜਿਹੜੇ ਸਾਥੀ ਹੈ ਉਹਨਾਂ ਦਾ ਮੰਨਣਾ ਹੈ ਵੀ ਕਿਸਾਨ ਤੇ ਛੱਡ ਦਿਓ, ਜਿਹੜਾ ਮੈਂ ਵੀ ਸਮਝਦਾ ਵਾਜਿਬ ਹੈ। ਲੈਟ ਦਾ ਫਾਰਮਰ ਡਿਸਾਈਡ। ਕਿਸਾਨ ਆਪਣੇ ਤੋਂ ਜ਼ਿਆਦਾ ਸਮਝਦਾਰ ਹੈ। ਕਮਲ ਜੀ, ਹੋ ਸਕਦਾ ਉਸ ਕੋਲ ਡਿਗਰੀ ਨਾ ਹੋਵੇ, ਕੋਈ ਸਕੂਲ ਨਾ ਗਿਆ ਹੋਵੇ, ਕਾਲਜ ਨਹੀਂ ਗਿਆ ਹੋਵੇ, ਪਰ ਪ੍ਰੈਕਟੀਕਲ ਉਹਨੂੰ ਆਪਣਾ ਪਤਾ ਹੈ ਵੀ ਮੇਰਾ ਕਿਸ ਕੰਮ 'ਚ ਮੇਰੀ ਭਲਾਈ ਹੈ। ਲੈਟ ਲੀਵ ਇਟ ਟੂ ਦਾ ਫਾਰਮਰ। ਉਹਨੂੰ ਫੈਸਲਾ ਕਰਨ ਦਿਓ ਵੀ ਮੈਂ ਡਾਇਰੈਕਟ ਲੈਣੀ ਹੈ ਜਾਂ ਮੈਂ ਆੜਤੀ ਥਰੂ ਕੰਮ ਕਰਨਾ ਹੈ। ਪਰ ਜਦੋਂ ਦੈਟਸ ਐਨ ਆਪਸ਼ਨ। ਜਦੋਂ ਜਾਖੜ ਸਾਹਿਬ ਪਾਲਿਸੀ ਆ ਗਈ, ਖਰੀਦ ਪਾਲਿਸੀ ਆ ਗਈ, ਫਿਰ ਕਿਸਾਨ ਤੇ ਗੱਲ ਕਿਵੇਂ ਰਹਿ ਗਈ? ਦੇਖੋ, ਕਿਸਾਨ ਤੇ ਗੱਲ ਅੱਜ ਦੇ ਦਿਨ ਜੋ ਮਨਸ਼ਾ ਨਾਲ ਲੈ ਕੇ ਆ ਰਹੇ ਨੇ ਜੀ, ਅੱਜ ਮੋਦੀ ਸਾਹਿਬ ਦੀ ਮਨਸ਼ਾ ਕੋਈ ਸੁਧਾਰ ਦੀ ਮਨਸ਼ਾ ਨਹੀਂ ਹੈ। ਅੱਜ ਤਾਂ ਸਾਨੂੰ ਸਬਕ ਸਿਖਾਉਣ ਦੀ ਨਿਗਾਹ ਨਾਲ ਹੈ ਵੀ ਅੱਜ ਜਿਹੜਾ ਸਾਰੇ ਵਰਗ ਦਾ, ਵਪਾਰੀ ਵਰਗ ਦਾ, ਆੜਤੀਏ ਵਰਗ ਦਾ ਤੇ ਕਿਸਾਨ ਦਾ ਜਿਹੜਾ ਏਕਾ ਹੈ, ਉਹਨੂੰ ਤੋੜਨ ਵਾਸਤੇ ਅੱਜ ਆ ਉਹਦੇ ਵਿੱਚ ਤਰੇੜ ਪਾਉਣ ਨੂੰ ਆ ਕੀਤਾ ਗਿਆ। ਰੌਲਾ ਨੀਅਤ ਦਾ ਹੈ। ਮੈਂ ਜਾਖੜ ਸਾਹਿਬ ਇਹ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਪਾਲਿਸੀ ਲੈਣ ਦੀ, ਖਰੀਦ ਨੀਤੀ ਲੈਣ ਦੀ, ਫਿਰ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਕਿਸਾਨ ਤੇ ਛੱਡ ਦਿਓ। ਫਿਰ ਜਦੋਂ ਨੀਤੀ ਆ ਗਈ, ਫਿਰ ਕਿਸਾਨ ਤੇ ਗੱਲ ਕਿਵੇਂ ਰਹਿ ਗਈ? ਫਿਰ ਤੇ ਗੱਲ ਇੱਕ ਪਾਸੇ ਲੱਗ ਗਈ। ਭਾਟੀ ਸਾਹਿਬ, ਟੂ ਲੇਟ ਸਾਹਿਬ। ਅੱਜ ਦੇ ਦਿਨ ਤਾਂ ਖਰੀਦ ਤਾਂ ਚਾਲੂ ਹੋ ਜਾਣੀ ਚਾਹੀਦੀ ਸੀ 1 ਤਰੀਕ ਨੂੰ। ਹੁਣ 10 ਤਰੀਕ ਨੂੰ ਖਰੀਦ ਦੀ ਜਿਹੜੀ ਹੈ, ਅੱਜ ਦੇ ਦਿਨ ਹੁਣ ਪਾਲਿਸੀ ਤੁਸੀਂ ਚੇਂਜ ਕਰਨ ਲੱਗੋ, ਇਟਸ ਨਾਟ ਪੋਸੀਬਲ ਸਾਹਿਬ। ਤੁਹਾਨੂੰ ਲੱਗਦਾ ਕਿ ਅਗਲੇ ਸੈਸ਼ਨ ਤੱਕ, ਅਗਲੇ ਸੀਜ਼ਨ ਤੱਕ ਇਹ ਖਰੀਦ ਪਾਲਿਸੀ ਰਿਵਿਊ ਹੋ ਸਕਦੀ ਆ? ਇਸ ਤੇ ਇੱਕ ਨਵੇਂ ਸਿਰੋਂ ਵਿਚਾਰ ਹੋ ਸਕਦਾ ਕਿ ਡਾਇਰੈਕਟ ਬੈਨੀਫਿਟ ਦੇਣਾ ਜਾਂ ਨਹੀਂ ਦੇਣਾ, ਜਾਂ ਕਿਸਾਨ ਤੇ ਛੱਡ ਦਿਓ, ਜਾਂ ਕਿ ਇਸ ਚੀਜ਼ ਦੀ ਸੰਭਾਵਨਾ ਕਿਤੇ ਹੈਗੀ ਹੈ ਕਿ ਅਗਲੇ ਸੀਜ਼ਨ ਤੱਕ ਨਵੇਂ ਸਿਰੋਂ ਇਸ ਤੇ ਡਿਸਕਸ਼ਨ ਹੋਏ? ਅਗਰ ਮੇਰੀ ਭਾਵਨਾ ਪੁੱਛਦੇ ਹੋ ਨਾ ਕਮਲ ਜੀ, ਤੁਸੀਂ ਕਿਸਾਨ ਵੀ ਹੋ, ਮੈਂ ਇਸ ਲਈ ਪੁੱਛ ਰਿਹਾ। ਮੈਂ ਕਿਸਾਨ ਦੇ ਨਾਲ ਨਾਲ ਇੱਕ ਪੰਜਾਬੀ ਵੀ ਹਾਂ ਸਾਹਿਬ, ਪੰਜਾਬੀ ਵੀ ਹਾਂ, ਮੈਂ ਕਿਸਾਨ ਵੀ ਹਾਂ। ਮੈਨੂੰ ਜਿਹੜਾ ਖਦਸ਼ਾ, ਮਨ ਤਾਂ ਖਦਸ਼ਾ ਹੀ ਹੋ ਰਿਹਾ। ਤੁਸੀਂ ਕਹਿੰਦੇ ਹੋ ਅਗਲੇ ਸੀਜ਼ਨ ਜਿਹੜਾ ਆਊਗਾ, ਪਰਚੇਜ਼ ਸੀਜ਼ਨ, ਉਸ 'ਚ ਸੁਧਰ ਜੂਗਾ। ਅਗਲਾ ਪਰਚੇਜ਼ ਸੀਜ਼ਨ ਆਊਗਾ ਪੈਡੀ ਦਾ, ਝੋਨੇ ਦਾ ਆਣਾ ਤੇ ਸਭ ਝੋਨੇ ਵਾਲਾ ਜਿਹੜਾ ਟਾਈਮ ਆਊਗਾ ਉਹ ਆਪਣੇ ਅਸੈਂਬਲੀ ਇਲੈਕਸ਼ਨ ਤੋਂ 2 ਮਹੀਨੇ 3 ਮਹੀਨੇ ਪਹਿਲੇ ਆਣਾ ਹੈ। ਉਦੋਂ ਤਾਂ ਇਸ ਬੀਜੇਪੀ ਸਰਕਾਰ ਨੇ, ਕੇਂਦਰ ਨੇ ਸਾਡੇ ਨਾਲ ਉਹ ਕਰਨਾ ਹੈ, ਪੰਜਾਬ ਨਾਲ, ਪੰਜਾਬ ਦੇ ਕਿਸਾਨਾਂ ਨਾਲ, ਪੰਜਾਬ ਨਾਲ, ਲੈ ਰੱਬ ਦਾ ਨਾਮ। ਉਹਦੇ ਬਾਅਦ ਇੰਨਾ ਭਾਰੀ ਨੁਕਸਾਨ ਹੈ ਕਰਨਗੇ ਕਿ ਇਹਨੂੰ ਕੋਈ ਬਹਾਨਾ ਲੈ ਕੇ, ਚਾਹੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੈ ਜਾਂ ਕੋਈ ਹੋਰ, ਜਿਸ ਤਰ੍ਹਾਂ ਦੇਖੋ ਸਾਰੇ ਜਿਹੜੇ ਸ਼ੈਲਰ ਵਾਲੇ ਹੈ ਉਹਨਾਂ ਦੇ ਉੱਤੇ ਜਿਸ ਕਿਸਮ ਦਾ ਰੇਡ ਰਾਜ ਚਾਲੂ ਹੈ, ਪਤਾ ਨਹੀਂ 100 ਸ਼ੈਲਰਸ ਦੇ ਉੱਤੇ ਇਹਨਾਂ ਨੇ ਸੀਬੀਆਈ ਦੇ ਰੇਡਸ ਉਹ ਕਰਵਾਈਆਂ ਜੀ, ਤੇ ਉਹ ਅਜੇ ਪੈਂਡਿੰਗ ਪਈਆਂ। ਉਹ ਜਦੋਂ ਸੀਜ਼ਨ ਚਾਲੂ ਹੋਊਗਾ ਕਸਟਮ ਮਿਲਿੰਗ ਵਾਲਾ, ਉਸ ਟਾਈਮ ਇਹਨਾਂ ਨੇ ਆ ਕੇ ਉਹਨਾਂ ਦੇ ਖਾਤੇ ਫਰੋੜ ਲੈਣੇ ਆ। ਤੇ ਉਹ ਕਿੱਥੇ ਤਾਂ ਐਫਸੀਆਈ ਖਰੀਦੂਗੀ, ਕਿੱਥੇ ਸ਼ੈਲਰ 'ਚ ਜਾ ਕੇ ਸਮਾਨ ਲੱਗਣਾ ਹੈ, ਜਾ ਕੇ ਝੋਨਾ ਲੱਗਣਾ ਹੈ, ਉਹ ਸਾਰੀ ਦੀ ਸਾਰੀ ਵਿਵਸਥਾ ਇਹਨਾਂ ਨੇ ਛਿੰਨ ਭਿੰਨ ਕਰ ਦੇਣੀ। ਦਬਾਅ ਦੀ ਰਾਜਨੀਤੀ ਇਸ ਮੰਡੀ ਸਿਸਟਮ ਨੂੰ ਬਦਨਾਮ ਕਰਨ ਵਾਸਤੇ। ਹੁਣ ਜਿਹੜਾ ਤੁਸੀਂ ਚਿੱਠੀਆਂ ਦੀ ਗੱਲ ਕੀਤੀ ਹੈ, ਆਪ 'ਚ ਜਦੋਂ ਅਸੀਂ ਸੀ ਉਹ ਗਾਣਾ ਸੀਗਾ ਕਿ ਕਹਿੰਦਾ ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ। ਅੱਜ ਕੱਲ ਤਾਂ ਆਹ ਹਾਲ ਹੈ, ਉੱਥੇ ਬੈਠੇ ਮਿਰਜ਼ੇ ਬਣੇ ਬੈਠੇ, ਚਿੱਠੀਆਂ ਰੋਜ਼ ਕੱਢ ਦਿੰਦੇ ਆ। ਚਲ ਪੰਜਾਬ ਨੂੰ ਸਾਹਿਬਾ ਤੇ ਮੰਨਦੇ ਆਪਣੀ, ਨਹੀਂ ਪੰਜਾਬ ਨੂੰ ਤਾਂ ਹੌਕੜਾ ਮੰਨਦੇ ਆ। ਪੰਜਾਬ ਨੂੰ ਤਾਂ ਪਤਾ ਨਹੀਂ, ਸਾਡੇ ਅੱਜ ਕੱਲ ਤਾਂ ਸਾਨੂੰ ਆਹ ਵੀ ਸ਼ੱਕ ਹੋਣ ਲੱਗਿਆ ਵੀ ਕਿਤੇ ਜਿਸ ਤਰ੍ਹਾਂ ਪਾਕਿਸਤਾਨ ਦਾ ਕਹਿੰਦੇ ਸੀ ਵੀ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ, ਸਾਨੂੰ ਸਬਕ ਸਿਖਾਉਣ ਵਾਸਤੇ ਸਾਡੇ ਕਨੀ ਉਧਰ ਤਾਂ ਜ਼ੋਰ ਚੱਲਦਾ ਨਹੀਂ, ਸਾਡੇ ਕੰਨ ਮਰੋੜਨ ਦੀ ਕੋਸ਼ਿਸ਼ ਕਰ ਰਹੇ ਆ ਮੋਦੀ ਸਾਹਿਬ। ਉਸ 'ਚ ਕਾਮਯਾਬ ਨਹੀਂ ਹੋਣਾ ਸਾਹਿਬ। ਉਹਨਾਂ ਦੀ ਇੱਕ ਕਹਾਵਤ ਹੈ, ਕਹਿੰਦਾ ਜੋ ਦਿਲ में था वो जुबान पे आ गया। ਮੋਦੀ ਸਾਹਿਬ ਦੇ ਦਿਲ ਦੇ ਅੰਦਰ ਜੋ ਹੈ ਨਾ, ਉਹ ਹੈ ਬੰਧੂਆ ਮਜ਼ਦੂਰ।
ਕਹਿੰਦੇ ਜਿਹੜਾ ਕਹਿ ਰਹੇ ਵੀ ਪੰਜਾਬ ਦੇ ਬਾਰਡਰ ਦੇ ਵਾਲੇ ਕਿਸਾਨ ਨੇ ਉਹ ਬੰਧੂਆ ਤੁਹਾਡੇ ਇਲਾਕੇ ਅਬੋਹਰ ਦਾ ਵੀ ਜ਼ਿਕਰ ਹੈ, ਅਬੋਹਰ ਦਾ ਵੀ ਨਾਮ ਦੇਤਾ ਹੈ ਸਾਨੂੰ। ਅੱਜ ਕੱਲ੍ਹ ਅਬੋਹਰ ਬਦਨਾਮ ਬੜਾ ਹੋ ਰਿਹਾ, ਅਬੋਹਰ ਬਦਨਾਮ ਹੋ ਰਿਹਾ। ਮੈਂ ਉਸ ਤੇ ਵੀ ਆਉਣਾ ਅਬੋਹਰ ਕਿਉਂ ਬਦਨਾਮ ਹੋ ਰਿਹਾ, ਪਰ ਤੁਸੀਂ ਇਸ ਚਿੱਠੀ ਦਾ ਦੱਸ ਦਿਓ ਪਹਿਲੇ ਕਿ ਤੁਹਾਡੇ ਏਰੀਏ ਤੁਸੀਂ ਅਬੋਹਰ ਤੋਂ ਆਉਂਦੇ ਹੋ, ਤੁਸੀਂ ਕਿਸਾਨ ਹੋ, ਐਡੇ ਵੱਡੇ ਕਿਸਾਨ ਹੋ, ਫਿਰ ਤੁਹਾਨੂੰ ਕੀ ਮਤਲਬ ਤੁਸੀਂ ਉੱਥੇ ਕਿੰਨੇ ਕਿਸ ਤਰ੍ਹਾਂ ਬਦੂਆ ਮਜ਼ਦੂਰ ਦੇਖੇ ਬਣਾਏ ਦੇ? ਮੈਂ ਨਹੀਂ ਪੁੱਛਦਾ ਦੇਖੇ, ਦੇਖਣਾ ਤਾਂ ਬਹੁਤ ਦੂਰ ਹੈ, ਮੈਂ ਤਾਂ ਸੁਣੇ ਵੀ ਨਹੀਂ। ਮੈਂ ਤਾਂ ਪਹਿਲੀ ਵਾਰੀ ਜਦੋਂ ਅਖਬਾਰ ਖੋਲ੍ਹਿਆ ਸਵੇਰੇ ਅੱਖਾਂ ਜੀਆਂ ਖੁੱਲ ਗਈਆਂ ਵੀ ਪੰਜਾਬ ਦਾ ਬਦਨਾਮ ਕਰਨ ਨੂੰ ਲੱਗੇ। ਐਡਾ ਕੀ ਮਾੜਾ ਕੀਤਾ ਪੰਜਾਬ ਨੇ ਮੋਦੀ ਸਾਹਿਬ ਦਾ। ਬੰਧੂਆ ਮਜ਼ਦੂਰ ਮੋਦੀ ਸਾਹਿਬ ਬਣਾਉਣਾ ਚਾਹੁੰਦੇ ਹੈ, ਬਿਹਾਰ ਜਾਂ ਯੂਪੀ ਵਾਲਿਆਂ ਨੂੰ ਪੰਜਾਬ ਦੇ ਕਿਸਾਨ ਨੂੰ ਬਣਾਉਣਾ ਚਾਹੁੰਦੇ ਸਨ। ਉਹ ਬਣਾਉਣਾ ਚਾਹੁੰਦੇ ਹੈ ਕਿਸਾਨ ਨੂੰ ਸ਼ਾਹੂਕਾਰਾਂ ਦਾ ਬੰਧੂਆ ਮਜ਼ਦੂਰ। ਜ਼ਮੀਨ ਕਿਸਾਨ ਦੇ ਨਾਂ ਰਹੂਗੀ, ਮਾਲਕ ਉਹ ਹੋਣਗੇ ਤੇ ਮਜ਼ਦੂਰੀ ਕੌਣ ਕਰੂਗਾ? ਕਿਸਾਨ। ਆ ਬੰਧੂਆ। ਪਰ ਇਸ ਮਸਲੇ 'ਚ BSF ਵੀ ਇਨਵੋਲਵ ਹੈ। BSF ਸਾਡਾ ਅੱਜ ਕਿਹੜੀ ਏਜੰਸੀ ਹੈ? ਰੌਲਾ ਤੂੰ ਰੋਨੀਆਂ ਕਾਲੇ ਚੰਮ ਨੂੰ, ਇੱਥੇ ਰੁੜ ਗਏ ਕਲੰਗੀਆਂ ਵਾਲੇ। ਇੱਥੇ ਤਾਂ ਲੋਕ ਅੱਜ ਜੁਡੀਸ਼ਰੀ ਤੇ ਸ਼ੱਕ ਕਰਨ ਲੱਗੇ ਸਨ। ਇਲੈਕਸ਼ਨ ਕਮਿਸ਼ਨ ਦਾ ਜੋ ਹਾਲ ਤੁਸੀਂ ਦੇਖ ਲਿਆ ਕੱਲ, ਜਿਸ ਤਰ੍ਹਾਂ ਉਹ ਮਸ਼ੀਨ ਹੀ BJP ਦਾ ਕੈਂਡੀਡੇਟ ਚੱਕੀ ਫਿਰਦੇ ਜਿਹੜੇ। ਵਿਚ ਇੰਸਟੀਟਿਊਸ਼ਨ CBI ਇਨਫੋਰਸਮੈਂਟ ਡਾਇਰੈਕਟੋਰੇਟ। ਅੱਜ ਅਖਬਾਰ ਖੋਲ ਕੇ ਦੇਖੋ, ਸਾਰਾ ਜਦੋਂ ਦਾ ਜਿੱਥੇ ਕਿ ਇਲੈਕਸ਼ਨ ਹੁੰਦਾ ਹੈ, ਇਨਫੋਰਸਮੈਂਟ ਡਾਇਰੈਕਟੋਰੇਟ, ਇਨਕਮ ਟੈਕਸ, ਜਿਹੜੇ ਆਪੋਜੀਸ਼ਨ ਦੇ ਲੀਡਰ ਹੈ ਸਾਰਿਆਂ ਦੇ ਘਰੇ ਛਾਪੇ ਠੋਕ ਦਿੰਦੇ। ਚਲੋ ਜੇ ਅਬੋਹਰ ਬਦਨਾਮ ਹੋ ਹੀ ਗਿਆ, ਤੁਸੀਂ ਇਹ ਵੀ ਦੱਸ ਦਿਓ ਅਬੋਹਰ ਇੱਕ ਹੋਰ ਘਟਨਾ ਤੋਂ ਬਦਨਾਮ ਹੋਇਆ, ਅਰੁਣ ਨਾਰੰਗ ਦੀ ਘਟਨਾ ਤੋਂ, ਜਿਸ ਤਰ੍ਹਾਂ ਦੇ ਨਾਲ ਕੁੱਟਮਾਰ ਹੋਈ, ਕੱਪੜੇ ਪਾੜ ਦਿੱਤੇ ਗਏ, ਤੁਹਾਡੇ ਅਗੇਂਸਟ ਇਲੈਕਸ਼ਨ ਲੜਿਆ ਸੀਗਾ ਉਹਨਾਂ ਨੇ। ਤੁਸੀਂ ਸਾਰੀ ਘਟਨਾਕ੍ਰਮ ਨੂੰ ਕਿਵੇਂ ਦੇਖਿਆ? ਕਿਉਂਕਿ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਵਾਇਲੈਂਸ ਐਕਸੈਪਟੇਬਲ ਨਹੀਂ ਹੋਣਾ ਚਾਹੀਦਾ। ਬਿਲਕੁਲ ਹੀ ਨਹੀਂ ਹੈ ਸਰ, ਇਟਸ ਨਾਟ ਐਕਸੈਪਟੇਬਲ। ਅਬੋਹਰ ਦਾ ਤਾਂ ਲੀਡਰ ਸੀ ਜਿਹਦੇ ਕੱਪੜੇ ਪਾੜ ਲਏ, ਬਾਕੀ ਅਬੋਹਰ 'ਚ ਨਹੀਂ ਪਾੜੇ ਗਏ। ਅਬੋਹਰ 'ਚ ਅਜੇ ਸ਼ਾਂਤੀ ਹੈ। ਇਸ ਵਾਸਤੇ ਬਦਨਾਮ ਨਹੀਂ ਹੋਇਆ ਵੀ ਅਬੋਹਰ 'ਚ ਲੀਡਰ ਦੇ ਆਪੋਜੀਸ਼ਨ ਦੇ ਕਿਸੇ ਦੇ ਕੱਪੜੇ ਪਾੜ ਲਏ। ਅਬੋਹਰ ਦੇ ਲੀਡਰ ਦੇ ਕੱਪੜੇ ਮਲੋਟ 'ਚ ਫਟੇ। ਅਬੋਹਰ ਤੇ ਮਲੋਟ 'ਚ ਕੋਈ ਫਰਕ ਨਹੀਂ ਸਰ, ਪੰਜਾਬ 'ਚ ਜਾਂ ਹਿੰਦੁਸਤਾਨ ਤੇ ਜਿੱਥੇ ਕਿਤੇ ਵੀ ਹੁੰਦਾ। ਇਸ ਸੈਡ ਕਮੈਂਟ ਔਨ ਆਰ ਸਾਡੇ ਸਮਾਜ ਦੇ ਅੰਦਰ ਹੋ ਕੀ ਰਿਹਾ। ਹਰੇਕ ਆਦਮੀ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। that I may not agree with you but I will fight unto my death to safeguard your right to say what you want to say। ਵੀ ਮੈਂ ਆਪਣੀ ਜਾਨ ਨਾਲ ਵੀ ਤੁਹਾਡੇ ਗੱਲ ਕਹਿਣ ਦਾ ਅਧਿਕਾਰ ਉਹਦੀ ਰੱਖਿਆ ਕਰੂੰਗਾ, ਚਾਹੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਆਹ ਹੈ ਡੈਮੋਕ੍ਰੇਸੀ ਦੇ ਨੋਰਮਸ। ਪਰ ਹੋ ਕੀ ਰਿਹਾ ਅੱਜ? ਅਗਰ ਦਿਸ਼ਾ ਸੁਨੀਲ ਜਾਖੜ ਨੇ ਕੰਡੈਮ ਕੀਤਾ ਇਸ ਘਟਨਾ ਨੂੰ। ਕੀਤਾ ਸਰ, ਮੈਂ ਤਾਂ ਉਸੇ ਟਾਈਮ ਜਦੋਂ ਪਤਾ ਲੱਗਿਆ, ਇਨਫੈਕਟ ਇਨੀਸ਼ੀਅਲੀ ਮੇਰੇ ਕੋਲ ਸਿਰਫ ਖਬਰ ਆਈ, ਪਤਾ ਲੱਗਿਆ, ਮੈਂ ਇੱਥੇ ਵਿਜ਼ੂਅਲ ਨਹੀਂ ਦੇਖੇ ਸੀਗੇ ਵੀ ਇਸ ਤਰ੍ਹਾਂ ਕਰਕੇ ਉੱਥੇ ਉਹਨਾਂ ਦੀ ਹੁੱਲੜਬਾਜ਼ੀ ਹੋਈ ਤੇ ਉਹਨਾਂ ਨਾਲ ਮਾਰਕੁੱਟ ਹੋਈ। ਸੋ ਆਈ ਕੰਡੈਮਡ ਇਟ। ਪਰ ਬਾਅਦ ਚ ਮੈਨੂੰ ਕਿਸੇ ਨੇ ਉਹ ਪਿਕਚਰਸ ਫੋਟੋਗ੍ਰਾਫਸ ਭੇਜੀਆਂ, ਜਦੋਂ ਮੈਂ ਦੇਖ ਕੇ then again said it's not only reprehensible, it is shameful। ਬਹੁਤ ਹੀ ਸ਼ਰਮ ਦਾ ਮੁਕਾਮ ਹੈ ਵੀ ਆਹ ਹਾਲਾਤ ਕੀਤੀ ਗਈ। ਇੱਕ ਚੁਣੇ ਹੋਏ ਨੁਮਾਇੰਦੇ ਛੱਡ ਕਿਸੇ ਬੰਦੇ ਦਾ ਵੀ ਇਸ ਤਰ੍ਹਾਂ ਤੁਸੀਂ ਉਹਨੂੰ ਕਰਨਾ, ਜ਼ਲੀਲ ਕਰਨਾ, ਸ਼ੋਭਾ ਲੋਕ ਕਿਤੇ ਵੀ ਸ਼ੋਭਾ ਨਹੀਂ ਦਿੰਦਾ। ਰਾਜਨੀਤੀ ਦੇ ਵਿੱਚ ਕਹਿੰਦੇ ਲੜਾਈ ਸਿਰਫ ਵਿਚਾਰਾਂ ਦੀ ਹੁੰਦੀ ਹੈ, ਹਨਾ। ਸੁਨੀਲ ਜਾਖੜ ਹੋਣਾ ਨੇ ਗੱਲਬਾਤ ਕੀਤੀ ਅਰੁਣ ਨਾਰੰਗ ਨਾਲ, ਜੀ ਮਾੜੀ ਗੱਲ ਹੋਈ ਹੈ, ਨਹੀਂ ਹੋਣਾ ਚਾਹੀਦਾ ਸੀ, ਜਾਂ ਮਨ ਚ ਆਇਆ ਵੀ ਕਰ ਲੈਣੀ ਚਾਹੀਦੀ? ਮੇਰੇ ਮਨ 'ਚ ਤਾਂ ਬਹੁਤ ਕੁਝ ਐਸਾ, ਮੇਰੇ ਤਾਂ ਇਸ ਗੱਲ ਦਾ ਪਾਰਟੀ 'ਚ ਬੜੇ ਇਲਜ਼ਾਮ ਵੀ ਲੱਗਦੇ। ਤੁਸੀਂ ਯਾਦ ਹੋਣਾ ਹੈ ਜਦੋਂ ਮੈਂ ਬਾਦਲ ਸਾਹਿਬ ਦੇ ਨਾਲ ਡਾਕਟਰ ਮਨਟੇਕ ਸਿੰਘ ਆਹਲੂਵਾਲੀਆ ਨੂੰ ਮਿਲਣ ਗਿਆ ਸੀਗਾ ਤੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਦੋਂ ਇਸ ਗੱਲ ਦਾ ਵੀ ਮੇਰੇ ਇਲਜ਼ਾਮ ਲੱਗਿਆ ਸੀ ਵੀ ਜਾਖੜ ਸਾਹਿਬ ਨੇ ਬਾਦਲ ਸਾਹਿਬ ਦੇ ਗੋਡੀ ਹੱਥ ਕਿਵੇਂ ਲਾਤੇ, ਜਾਂ ਵਿਧਾਨ ਸਭਾ 'ਚ ਵੀ ਮਸਲਾ ਉੱਠਿਆ। ਮਸਲਾ ਦੇਖੋ, ਮੈਂ ਇਹਨਾਂ ਗੱਲਾਂ 'ਚ ਯਕੀਨ ਨਹੀਂ ਕਰਦਾ ਸਾਹਿਬ। ਬਟ ਜਿਹੜੀ ਗੱਲ ਮੈਂ ਭਾਟੀਆ ਸਾਹਿਬ ਇਸ ਨਾਟ ਇੰਪੋਰਟੈਂਟ ਵੀ ਮੈਂ ਕਿਹਦੇ ਨਾਲ ਗੱਲ ਕੀਤੀ ਕਿ ਨਹੀਂ ਕੀਤੀ। ਗੱਲ ਹੈ ਵੀ ਇੱਕ ਸੈਕਸ਼ਨ ਜਿਹੜਾ ਹੈ ਸੋਸ਼ਲ ਮੀਡੀਆ ਜਿਹਨੂੰ ਤੁਸੀਂ ਕਹਿੰਦੇ ਹੋ, ਮੈਂ ਉਹਨੂੰ ਐਂਟੀ ਸੋਸ਼ਲ ਮੀਡੀਆ ਕਹਿੰਦਾ। ਇਸ ਐਂਟੀ ਸੋਸ਼ਲ ਜਿਹੜੇ ਕਿਸਮ ਦੇ ਪ੍ਰਚਾਰ ਚੱਲ ਰਹੇ ਅੱਜ, ਇਸ ਗੱਲ ਨੂੰ ਇੱਕ ਧਾਰਮਿਕ ਰੰਗ ਦੇ ਕੇ ਜੋ ਲੋਕ ਅੱਜ ਚਿੰਤਾ ਜ਼ਾਹਿਰ ਕਰ ਰਹੇ ਹੈ ਵੀ BJP ਦੇ ਇੱਕ MLA ਦੇ ਕੱਪੜੇ ਪਾੜੇ ਗਏ, ਉਦੋਂ ਨਹੀਂ ਉਹਦੇ ਉਸ ਟਾਈਮ ਵੀ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਜਦੋਂ ਬਿੱਟੂ ਦੀ ਪੱਗ ਲਾਈ ਗਈ ਸੀ। ਉਹਨਾਂ ਲੋਕਾਂ ਨੂੰ ਹੁਣ ਬੋਲਣਾ ਚਾਹੀਦਾ ਸੀ 3 ਦਿਨ ਪਹਿਲਾਂ ਜਦੋਂ ਟਿਕੈਤ ਦੇ ਉੱਤੇ ਹਮਲਾ ਹੋਇਆ। ਅੱਜ ਕਿਉਂ ਚੁੱਪ ਹੈ ਸਾਹਿਬ? ਅੱਜ ਜਿਹੜੇ ਹਿੰਦੂ ਸਿੱਖ ਦੀ ਗੱਲਾਂ ਕਰਦੇ ਹੈ, ਮੈਂ ਭਾਟੀਆ ਸਾਹਿਬ ਪੁੱਛਣਾ ਚਾਹੁੰਦਾ ਕਿ ਟਿਕੈਤ ਸਾਹਿਬ ਜਿਹੜੇ ਹੈ, ਇਜ਼ ਹੀ ਨਾਟ ਅ ਹਿੰਦੂ? ਕਿ ਜਿਹੜੇ ਲੋਕਾਂ ਨੇ ਹਮਲਾ ਕੀਤਾ ਉਹਨਾਂ ਤੇ ਨਵਨੀਤ ਬਿੱਟੂ ਤੇ, ਉਹ ਸਿੱਖ ਸੀ ਕਿ ਹਿੰਦੂ ਸੀਗੇ, ਕੀ ਸੀਗੇ? ਅੱਜ ਉਹਨੂੰ ਧਾਰਮਿਕ ਰੰਗ ਦੇ ਕੇ ਪੋਲਰਾਈਜੇਸ਼ਨ ਕਰ ਰਹੇ ਪੰਜਾਬ ਦੇ। ਤੁਹਾਨੂੰ ਲੱਗਦਾ ਕਿ ਹਿੰਦੂ ਸਿੱਖ ਦਾ ਮਸਲਾ ਖੜਾ ਹੋ ਰਿਹਾ ਪੰਜਾਬ 'ਚ? ਤੁਹਾਨੂੰ ਲੱਗਦਾ ਕਿ ਹੋ ਰਿਹਾ? ਨਹੀਂ ਹੋ ਰਿਹਾ ਸਾਹਿਬ, ਕਰਨਾ ਚਾਹ ਰਹੇ ਹੈ, ਜਿਹਨੂੰ ਐਂਟੀ ਸੋਸ਼ਲ ਮੀਡੀਆ ਕਹਿ ਰਹੇ। ਐਂਟੀ ਸੋਸ਼ਲ ਮੀਡੀਆ ਯੂ ਟਰੈਕ देयर ਐਂਟੀਸੀਡੈਂਟਸ। ਜਿਹੜਾ ਸੋਸ਼ਲ ਮੀਡੀਆ ਦੇ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਇੱਕ ਆਰਗੇਨਾਈਜ਼ਡ
ਉਹ ਵਾ ਫੋਰਸ ਬਣ ਗਈ ਹੈ organized crime ਸਾਹਿਬ exactly ਭਾਟੀਆ ਸਾਹਿਬ you have hit the nail on the head is organized crime ਕੌਣ ਕਰ ਰਿਹਾ ਇਹੀ ਪੁੱਛ ਰਿਹਾ ਮੈਂ let the facts come out ਅੱਜ ਮੈਂ ਦੇਖੋ ਮੈਂ ਸੋਸ਼ਲ ਮੀਡੀਆ 'ਚ ਲੰਬਾ ਚੌੜਾ ਮੈਨੂੰ ਨਾ let the ਕੋਆਪਰੇਟ facts come out sir you are in power we will but it has to be done ਜਿਹੜੇ ਸੋਸ਼ਲ ਮੀਡੀਆ ਪਤਾ ਨਹੀਂ ਕਿੱਥੋਂ ਆ ਰਹੇ it has to be looked into ਇਹਨਾਂ ਦੇ ਐਂਟੀਸੀਡੈਂਟ ਚੈੱਕ ਕਰਨੇ ਚਾਹੀਦੇ ਗਵਰਨਮੈਂਟ ਚੈੱਕ ਕਰਾ ਰਹੀ ਹੈ must be they are doing their job they because ਅਗਰ ਅੱਜ ਪੰਜਾਬ ਦੇ ਅੰਦਰ ਮਾਹੌਲ ਵਿਗਾੜਨ ਦਾ ਪ੍ਰਯਾਸ ਹੋ ਰਿਹਾ ਹੈ ਜਿਹੜੇ ਨਾਰੇ ਲੱਗ ਰਹੇ ਹੈ ਵੀ ਫਲਾਣੇ ਦਾ ਬਾਈਕਾਟ ਕਰੋ ਜੀ ਇਹਨਾਂ ਨੇ ਕਰਤਾ ਕੱਲ ਉਹ ਕਹਿਣ ਲੱਗ ਜਾਣਗੇ ਵੀ ਸਾਡੀ ਪੱਗ ਉਛਾਲਤੀ ਉਹ ਟਕੈਤ ਸਾਹਿਬ ਕਹਿਣਗੇ ਵੀ ਸਾਡੇ ਤੇ ਪਤਾ ਨਹੀਂ ਕਿਹਨੇ ਕਰਾਤਾ ਅਬੋਹਰ ਵਾਲੇ ਕਹਿਣਗੇ ਸਾਡੇ ਤੇ ਹਮਲਾ ਕਰਾਤਾ ਦਿਸ ਇਜ਼ ਨਾਟ ਡਨ ਜਾਖੜ ਸਾਹਿਬ ਤੁਸੀਂ ਬੜਾ ਇੰਟਰਸਟਿੰਗ ਸ਼ਬਦ ਵਰਤਿਆ ਪੋਲਰਾਈਜੇਸ਼ਨ ਕੀ ਇਹ ਹਿੰਦੂ ਸਿੱਖ ਕਰਕੇ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਹਿੰਦੂ ਸੈਕਸ਼ਨ ਇੱਕ ਪਾਸੇ ਸਿੱਖ ਇੱਕ ਪਾਸੇ ਇਹ ਕਹਿਣਾ ਚਾਹ ਰਹੇ ਹੋ 2022 ਤੋਂ ਪਹਿਲੇ ਯੂ ਆਰ ਅਗੇਨ ਬੀਇੰਗ ਵੈਰੀ ਮੋਡੈਸਟ in your assessment ਇਸ ਤੋਂ ਵੀ ਅੱਗੇ ਗੱਲ ਜਾ ਰਹੀ ਹੈ ਜੀ ਦੇ ਆਰ ਫ੍ਰੈਗਮੈਂਟਿੰਗ ਕਹਿੰਦਾ ਟੋਟੇ ਜਿਹਨੂੰ ਕਹਿੰਦੇ ਨੇ ਗੈਂਗ ਜਿਹੜੇ ਕਹਿੰਦੇ ਟੁਕੜੇ ਗੈਂਗ ਆ ਬੀਜੇਪੀ ਵਾਲੇ ਟੁਕੜੇ ਕਰਕੇ ਛੱਡਣਗੇ ਪੰਜਾਬ ਦੇ ਸਾਹਿਬ ਐਂਡ ਆਮ ਸੇਇੰਗ ਇਟ ਔਨ ਵਿਦ ਰਿਸਪੌਂਸਿਬਿਲਿਟੀ ਹੋ ਕੀ ਰਿਹਾ ਹਿੰਦੂ ਵਰਸਸ ਸਿੱਖ ਜੱਟ ਸਿੱਖ ਵਰਸਸ ਪਾਰਟਿਕੂਲਰ ਪਿਛੜੀ ਜਮਾਤਾਂ ਦੇ ਨਾਲ ਆ ਇੱਕ ਸੋਚੀ ਸਮਝੀ ਚਾਲ ਚੱਲ ਰਹੀ ਹੈ ਕਾਸਟ ਬੇਸ ਤੇ ਰਿਲੀਜਨ ਬੇਸ ਤੇ ਰੀਜਨ ਬੇਸ ਤੇ ਅਰਬਨ ਤੇ ਰੂਰਲ ਤੇ ਦਿਸ ਵਰਡ ਅਰਬਨ ਨੈਕਸਲਾਈਟ ਮੈਂ ਅੱਜ ਵੀ ਕਹਿ ਸਕਦਾ ਆਈ ਹੈਵ ਅ ਵੈਰੀ ਮੇਰੇ ਚੁਗ ਸਾਹਿਬ ਨਾਲ ਬਹੁਤ ਅੱਛੇ ਰਿਲੇਸ਼ਨ ਆਈ ਰਿਸਪੈਕਟ ਹਿਮ ਅ ਲੋਟ ਬਟ ਜਿੱਦਨ ਉਹਨਾਂ ਨੇ ਇਹ ਵਰਡ ਇਸਤੇਮਾਲ ਕੀਤਾ ਕਿਸਾਨਾਂ ਦੇ ਉੱਤੇ ਅਰਬਨ ਨੈਕਸਲਾਈਟ ਆਈ ਡੋਂਟ ਥਿੰਕ ਉਹਨਾਂ ਨੂੰ ਉਸ ਦਿਨ ਤਾਂ ਪਤਾ ਸੀ ਵੀ ਇਹ ਵਰਡ ਹੈ ਕੀ ਇਹਦਾ ਮੀਨਿੰਗ ਕੀ ਹੈ ਔਰ ਕਮਾਲ ਦੀ ਗੱਲ ਇਹ ਹੈ ਰੂਰਲ ਏਰੀਆਸ ਚ ਉੱਠ ਕੇ ਆਏ ਬੰਦੇ ਨੂੰ ਤੁਸੀਂ ਅਰਬਨ ਨਕਸਲ ਕਹਿ ਰਹੇ ਹੋ ਅਰਬਨ ਨਕਸਲ ਕਹਿ ਰਹੇ ਹੋ ਸਭ ਦਿਸ ਇਜ਼ ਅਮੇਜ਼ਿੰਗ ਇਸੇ ਕਰਕੇ ਮੈਂ ਐਗਜ਼ੈਕਟਲੀ ਜਿਹੜੀ ਤੁਸੀਂ ਗੱਲ ਕਹੀ ਹੈ ਵਿਦ ਨੋ ਰਿਫਲੈਕਸ਼ਨ ਔਨ ਹਿਸ ਇੰਟੈਲੀਜੈਂਸ ਬਹੁਤ ਹੀ ਸਿਆਣੇ ਜਨਰਲ ਸੈਕਟਰੀ ਹੈ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਤੇ ਜਨਰਲ ਸੈਕਟਰੀ ਹੋਣਾ ਸਾਹਿਬ ਇਜ਼ ਨਾਟ ਅ ਸਮਾਲ ਫੀਟ ਬਟ ਇਸ ਕਿਸਮ ਦੀਆਂ ਗੱਲਾਂ ਸ਼ੱਕ ਪੈਦਾ ਕਰਦੀਆਂ ਵੀ ਪੰਜਾਬ ਨੂੰ ਟੋਟੇ ਕਰਕੇ ਸਾਡਾ ਹਾਲ ਪੋਲਰਾਈਜੇਸ਼ਨ ਹੋ ਕਿਹੜੇ ਪਾਸੇ ਰਹੀ ਹੈ ਉਹ ਨਹੀਂ ਕੋਸ਼ਿਸ਼ਾਂ ਹੋ ਰਹੀਆਂ ਕੋਸ਼ਿਸ਼ ਹਿੰਦੂ ਪੋਲਰਾਈਜੇਸ਼ਨ ਜਾਂ ਸਿੱਖ ਪੋਲਰਾਈਜੇਸ਼ਨ ਕਿਉਂਕਿ ਪੈਰਲਰਲੀ ਜਦੋਂ ਇਹ ਵਾਲਾ ਇਨਸੀਡੈਂਟ ਹੁੰਦਾ ਸੋਸ਼ਲ ਮੀਡੀਆ ਤੇ ਇੱਕ ਵਾਰ ਆਫ ਵਰਡਸ ਖੜੀ ਕੀਤੀ ਜਾਂਦੀ ਹੈ ਦੂਸਰੇ ਪਾਸੇ ਜਿਹੜਾ ਇੱਕ ਐਸਜੀਪੀਸੀ ਦੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਮਤਾ ਲਿਆਂਦਾ ਜਾਂਦਾ ਆਰਐਸਐਸ ਦੇ ਖਿਲਾਫ ਔਰ ਉਹ ਪਾਸ ਹੋ ਜਾਂਦਾ ਫਿਰ ਇਹ ਪੋਲਰਾਈਜੇਸ਼ਨ ਕਿਸ ਪਾਸੇ ਹੋ ਰਹੀ ਹੈ ਤੁਸੀਂ ਇਹਨੂੰ ਕਿਵੇਂ ਸਮਝ ਰਹੇ ਹੋ ਪੋਲਰਾਈਜੇਸ਼ਨ ਇਜ਼ ਨੈਵਰ देयर ਇਜ਼ ਨੈਵਰ ਅ ਯੂਨੀਪੋਲਰ ਵਰਡ ਹੈ ਨਹੀਂ ਜੀ ਸਾਡੇ ਨਾਟ ਇਵਨ ਅ ਬਾਈਪੋਲਰ ਇਜ਼ ਅ ਮਲਟੀਪੋਲਰ ਵਰਡ ਜਿਹਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਦੇਖੋ ਮੈਂ ਅੱਜਕੱਲ ਬੜਾ ਸੰਭਲ ਕੇ ਬੋਲਦਾ ਕਿਉਂਕਿ ਮੇਰੇ ਤੇ ਇਲਜ਼ਾਮ ਲੱਗ ਜਾਂਦੇ ਤੁਸੀਂ ਜਾਖੜ ਕਹਿੰਦਾ ਸਾਡੇ ਧਾਰਮਿਕ ਮਸਲਿਆਂ 'ਚ ਦਖਲ ਦਿੰਦਾ ਹੈ ਐਸਜੀਪੀਸੀ ਧਾਰਮਿਕ ਸੰਸਥਾ ਹੈ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਸੰਭਲ ਕੇ ਬੋਲੋ ਪਰ ਐਨਾਲਿਸਿਸ ਦੱਸੋ ਤੁਸੀਂ ਸਮਝ ਕਿਵੇਂ ਰਹੇ ਹੋ ਕਿਉਂਕਿ ਐਨਾਲਿਸਿਸ ਦੇ ਨਾਲ ਤੁਹਾਡੇ ਕੋਲ ਇਨਫੋਰਮੇਸ਼ਨ ਰਿਪੋਰਟ ਕੀ ਆ ਰਹੀ ਹੈ ਮੈਂ ਦੱਸ ਰਿਹਾ ਤੁਹਾਨੂੰ ਉਹ ਵੀ ਦੱਸ ਰਿਹਾ ਇਸ ਉਹਨਾਂ ਨੇ ਕੀ ਮਤਾ ਪਾਸ ਕੀਤਾ ਦੈਟਸ ਨਾਟ ਇੰਪੋਰਟੈਂਟ ਟੂ ਮੀ ਮੈਨੂੰ ਆਇਆ ਹੈ ਵੀ ਜਿਹੜੇ ਲੋਕ ਜਿਨ੍ਹਾਂ ਦੀ ਜੇਬ ਚੋਂ ਐਸਜੀਪੀਸੀ ਦੇ ਪ੍ਰਧਾਨ ਦੀ ਲਿਫਾਫਾ ਨਿਕਲਦਾ ਉਹਨਾਂ ਦੀ ਕੀ ਮਨਸ਼ਾ ਹੈ ਸਾਹਿਬ ਮੈਂ ਉਹਨਾਂ ਨੂੰ ਉਹਨਾਂ ਦੀ ਮੈਂ ਪਿਛੋਕੜ ਦੇਖਦਾ ਵੀ ਜਿਹੜੇ ਕੁਝ ਅਰਸੇ ਪਹਿਲਾਂ ਇੱਕ ਪੂਰਾ ਲਾਵਾ ਲਸ਼ਕਰ ਲੈ ਕੇ ਰੈੱਡ ਕਾਰਪੇਟ ਵਿਛਾ ਕੇ ਅਕਾਲ ਤਖਤ ਸਾਹਿਬ ਗਏ ਸੀ ਜਾ ਕੇ ਗੁਪਤ ਮਾਫੀ ਮੰਗ ਕੇ ਆਏ ਸੀਗੇ ਉਹ ਜੀ ਮੈਨੂੰ ਯਾਦ ਨਹੀਂ ਤੁਸੀਂ ਪੁੱਛ ਕੇ ਦੇਖ ਲਿਓ ਕਿਉਂਕਿ ਯੂ ਆਰ ਨਾਟ ਬਾਉਂਡ ਬਾਈ ਮਾਈ ਪੋਲੀਟੀਕਲ ਕੰਸਟ੍ਰੇਂਟਸ ਤੁਸੀਂ ਉਹਨਾਂ ਨੂੰ ਪੁੱਛ ਕੇ ਵੀ ਬੀਬੀ ਜੀ ਤੁਸੀਂ ਵੀ ਨਾਲ ਗਏ ਸੀਗੇ ਜਦੋਂ ਆ ਗੁਪਤ ਮਾਫੀ ਮੰਗ ਕੇ ਆਈ ਹੈ ਅਗਰ ਜੇ ਅੱਜ ਆਰਐਸਐਸ ਦੇ ਖਿਲਾਫ ਮਤਾ ਪਾਸ ਹੁੰਦਾ ਹੈ ਉਸ ਦਿਨ ਕਿਉਂ ਨਹੀਂ ਹੋਇਆ ਜਦੋਂ ਇੱਥੇ ਆ ਕੇ ਆਰਐਸਐਸ ਨੇ ਇੱਥੇ ਆ ਕੇ ਘਰ ਵਾਪਸੀ ਦੀ ਮੁਹਿੰਮ ਚਾਲੂ ਕੀਤੀ ਸੀ ਉਦੋਂ ਕਿਉਂ ਨਹੀਂ ਪਾਸ ਬੋਲੇ ਜਦੋਂ ਬ੍ਰਿਗੇਡੀਅਰ ਗਗਨਜਾ ਸਾਹਿਬ ਦਾ ਕਤਲ ਕੀਤਾ ਗਿਆ ਉਦੋਂ ਨਹੀਂ ਬੋਲੇ ਕਿਉਂਕਿ ਉਦੋਂ ਸੱਤਾ ਦਿਖ ਰਹੀ ਸੀ ਕੁਰਸੀ ਸੀਗੀ ਉਹ ਕੁਰਸੀ ਦੇ ਲਾਲਚ ਦੇ ਅੰਦਰ ਅੱਜ ਜਿਹੜੇ ਬੋਲ ਰਹੇ ਆ ਨਾ ਸਭ ਮਗਰਮੱਛੀ ਆਂਸੂ ਹੈ ਸਾਹਿਬ ਮਗਰਮੱਛੀ ਪਰ ਗੱਲ ਇਸ ਤੋਂ ਅੱਗੇ ਹੈ ਜਾਖੜ ਸਾਹਿਬ ਗੱਲ ਅੱਗੇ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਇੱਕ ਡਿਮਾਂਡ ਕਰਦੇ ਆ ਕਹਿੰਦੇ ਆਰਐਸਐਸ ਬੈਨ ਹੋਣੀ ਚਾਹੀਦੀ ਹੁਣ ਕਹਿ ਰਹੇ ਸਾਹਿਬ ਜਦੋਂ ਅੰਦਰ ਬੈਠੇ ਸੀ ਉਦੋਂ ਨਹੀਂ ਬੋਲੇ ਦੇ ਸ਼ੁੱਡ ਹੈਵ ਲੈਫਟ ਦ ਪਾਰਟੀ ਆਪਣਾ ਨੂੰਹ ਮਾਂਸ ਵਾਲਾ ਰਿਸ਼ਤਾ ਉਸੇ ਦਿਨ ਛੱਡ ਦਿੰਦੇ ਉਸੇ ਦਿਨ ਇਹਨਾਂ ਨੂੰ ਛੱਡ ਦੇਣਾ ਪਰ ਛੱਡਣਗੇ ਕੀ ਪੰਥ ਤਾਂ ਇਹਨਾਂ ਵਾਸਤੇ ਇੱਕ ਇਸਤੇਮਾਲ ਕਰਨ ਦੀ ਇਹਨਾਂ ਦਾ ਜਿਹੜਾ ਟੂਲ ਬਾਕਸ ਅੱਜ ਕੱਲ੍ਹ ਇੱਕ ਵਰਡ ਬੜਾ ਆਇਆ ਜੀ ਟੂਲ ਬਾਕਸ ਟੂਲ ਕਿਟ ਹਾਂ ਮੈਂ ਕਿਉਂਕਿ ਅਸੀਂ ਟਰੱਕਾਂ ਵਾਲਾ ਨਾਲ ਵਾਹ ਪੈਂਦਾ ਤੁਹਾਡਾ ਪੜ੍ਹੇ ਲਿਖਿਆ ਵਿੱਚ ਟੂਲ ਕਿਟ ਔਰ ਉਸਦਾ ਟੂਲ ਬਾਕਸ ਦੇਖਦੇ ਆ ਇਹ ਅਕਾਲੀਆਂ ਦਾ ਟੂਲ ਕਿਟ ਹੈ ਸਾਹਿਬ ਜਿਹਦੇ ਵਿੱਚ ਜਦੋਂ ਸੂਤ ਆਉਂਦਾ ਨਾ ਉਦੋਂ ਪੰਥ ਦੀ ਓਟ ਲੈ ਕੇ ਪੰਥ ਨੂੰ ਵੇਚੀ ਜਾਂਦੇ ਆ ਪੰਥ ਦਾ ਇਹਨਾਂ ਨੇ ਕਾਣ ਕੀਤਾ ਪੰਜਾਬ ਦਾ ਕਾਣ ਕੀਤਾ ਮੈਂ ਖੁਦ ਬਾਦਲ ਸਾਹਿਬ ਦੇ ਸ਼ਬਦ ਹੈ ਸਾਹਿਬ
ਆਮ ਨਾਟ ਗੋਇੰਗ ਬਿਯੋਂਡ ਐਨੀ ਦਿਸ ਥਿੰਗ। ਉਹਨਾਂ ਦੇ ਆਪ ਦੀ ਅਲਫਾਜ਼ ਹੈ, ਜਦੋਂ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ, ਇਹਨਾਂ ਨੇ ਡਰਾਮਾ ਕੀਤਾ ਅਸੀਂ ਛੱਡਣ ਲੱਗੇ ਹਾਂ, ਬਾਦਲ ਸਾਹਿਬ ਨੇ ਕਿਹਾ ਵੀ ਬੜਾ ਔਖਾ ਫੈਸਲਾ ਸੀਗਾ, ਅਸੀਂ 1 ਮਹੀਨੇ ਤਾਈਂ ਘੋਖਿਆ। ਸਾਹਿਬ ਇੱਕ ਕੁਰਸੀ ਵਾਸਤੇ ਤੁਹਾਨੂੰ ਆਹ ਫੈਸਲਾ ਕਰਨ ਲੱਗੇ 1 ਮਹੀਨਾ ਲੱਗ ਗਿਆ ਵੀ ਪੰਜਾਬ ਦਾ ਕਿਸਾਨ ਮਾਰੀ ਜਾਂਦੇ ਐ, ਤੇ ਬਾਦਲ ਸਾਹਿਬ ਕਹਿ ਰਹੇ ਵੀ ਸਾਨੂੰ 1 ਮਹੀਨਾ ਸੋਚਣਾ ਪਿਆ ਵੀ ਕੁਰਸੀ ਛੱਡੀਏ ਕਿ ਨਾ ਛੱਡੀਏ। 10 ਮਹੀਨੇ ਪਹਿਲਾਂ ਅਕਾਲੀ ਦਲ ਰੈਲੀਆਂ ਸ਼ੁਰੂ ਕਰ ਦਿੰਦਾ, ਇੱਕ ਤੋਂ ਬਾਅਦ ਇੱਕ ਕੈਂਡੀਡੇਟ ਅਨਾਉਂਸ ਕਰਨੇ ਸ਼ੁਰੂ ਕਰ ਦਿੰਦਾ ਹੈ, ਔਰ ਕੰਪੈਰੀਟਿਵਲੀ ਕਾਂਗਰਸ ਚੁੱਪਚਾਪ ਕਿਉਂ ਬੈਠੀ ਹੈ? ਇੱਕ ਕੌਨਫੀਡੈਂਸ ਹੈ ਕਿ ਓਵਰ ਕੌਨਫੀਡੈਂਸ ਹੈ? ਵੀ ਡੋਂਟ ਗੋ ਬਾਏ ਇਹ ਕੀ ਕਰੀ ਜਾਂਦੇ, ਇਹਨਾਂ ਨੂੰ ਦੇਖ ਕੇ ਅਸੀਂ ਨਹੀਂ ਆਪਣੀ, ਸਾਡਾ ਤਾਂ ਧੇ ਪੰਜਾਬ ਹੈ, ਸਾਡਾ ਪੰਜਾਬ ਦਾ ਵੈਲਫੇਅਰ ਹੈ, ਉਹਦੇ ਉੱਤੇ ਅਸੀਂ ਆਪਣੇ ਤੈਅਸ਼ੁਦਾ ਤਰੀਕੇ ਨਾਲ ਚੱਲਦੇ ਹਾਂ। ਪਰ ਅੱਜ ਜੋ ਕੁਝ ਕਰ ਰਿਹਾ ਇਟ ਇਜ਼ ਬੁਖਲਾਹਟ ਹੈ ਸਾਹਿਬ। ਅੱਜ ਉਹਨਾਂ ਨੂੰ ਖਤਰਾ ਬਣਿਆ ਖੜਾ ਹੈ ਵੀ ਪਾਰਟੀ ਜਿਹੜੀ 100 ਸਾਲ ਪੁਰਾਣੀ ਪਾਰਟੀ ਹੈ ਕਾਜੀਆ ਸਾਹਿਬ, ਅੱਜ ਖੇਰੂ ਹੋ ਚੁੱਕੀ ਆ ਪਾਰਟੀ। ਸੁੱਚਾ ਸਿੰਘ ਲੰਗਾ ਕਿੱਧਰ ਤੁਰੇ ਫਿਰਦੇ ਐ, ਆਪਣੇ ਸੁੱਚਾ ਸਿੰਘ ਲੰਗਾ ਨਹੀਂ, ਆਪਣੇ ਸ਼ੇਖਵਾਂ ਸਾਹਿਬ, ਇੱਕ ਪਾਸੇ ਲੰਗਾ ਸਾਹਿਬ, ਸਿੰਘ ਲੰਗਾ ਦੇ ਵਾਕਈ ਕਿੱਧਰ ਤੁਰੇ ਫਿਰਦੇ ਆ। ਚਲੋ ਉਹ ਇਹਨਾਂ ਚੋਂ ਨਿਕਲ ਕੇ ਗਏ ਹੈ ਜੀ, ਇਹਨਾਂ ਦੇ ਤਾਨੇ ਬਾਨੇ ਚ ਸੀ, ਬਟ ਦੈਟ ਇਜ਼ ਪਰਸਨਲ, ਉਹਦੇ ਕਰੈਕਟਰ ਦਾ ਮੈਂ ਨਹੀਂ ਕਿਸੇ ਕੋਈ ਕਹਿਣਾ ਚਾਹੁੰਦਾ। ਬਟ ਲੰਗਾ ਸਾਹਿਬ, ਬ੍ਰਹਮਪੁਰਾ ਸਾਹਿਬ, ਸੌਰੀ ਸ਼ੇਖਵਾਂ ਸਾਹਿਬ, ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ, ਕਿੰਨੇ ਸਾਹਿਬ ਤਾਂ ਤੁਰ ਗਏ ਤੇ ਬਾਕੀ ਸਾਹਿਬ ਜਾਣ ਦੀ ਤਿਆਰੀ 'ਚ ਹੈ। ਉਹਨਾਂ ਨੂੰ ਰੋਕਣ ਵਾਸਤੇ, ਉਸ ਬੁਖਲਾਹਟ ਨੂੰ ਰੋਕਣ ਵਾਸਤੇ ਸਾਹਿਬ, ਆ ਜਿਹੜੀ ਬੁਖਲਾਹਟ ਆ ਰਹੀ ਹੈ ਸੁਖਬੀਰ ਜੀ ਦੀ ਵੀ ਇਹ ਕੋਈ ਤੁਰ ਨਾ ਜਾਣ, ਕਿ ਉਹ ਜਾ ਕੇ ਢੀਂਡਸਾ ਸਾਹਿਬ ਦੇ ਖਾਤੇ ਨਾ ਚੜ ਜਾਣ, ਕੋਈ ਬ੍ਰਹਮਪੁਰਾ ਸਾਹਿਬ ਦੇ ਕੋਲ ਨਾ ਜਾ ਕੇ ਚੜ ਜਾਣ, ਕਿਤੇ ਹੋਰ ਪਾਸੇ ਨਾ ਜਾ ਤੁਰਨ। ਉਹਨਾਂ ਨੂੰ ਈਅਰ ਮਾਰਕ ਕਰਨ ਵਾਸਤੇ ਵੀ ਤੁਸੀਂ, ਮੈਂ ਤੁਹਾਨੂੰ ਟਿਕਟ ਦੇ ਦੂੰਗਾ, ਟਿਕਟ ਵਾਸਤੇ ਨਾ ਭੱਜ ਕੇ ਜਾਇਓ। ਪਰ ਇਸ ਟਿਕਟ ਤਾਂ ਕਰਨਗੇ ਕੀ ਸਾਹਿਬ? ਇਹ ਟਿਕਟ ਤਾਂ ਲਾਇਬਿਲਿਟੀ ਹੈ। ਤੁਹਾਨੂੰ ਲੱਗਦਾ ਕਿ ਡਰ ਹੈ ਅਕਾਲੀ ਦਲ ਨੂੰ ਸਾਡੇ ਬੰਦੇ ਭੱਜ ਜਾਣਗੇ? ਡਰ ਛੱਡ, ਉਹਨਾਂ ਨੂੰ ਤਾਂ ਰਾਤ ਨੂੰ ਖੌਫ ਇਸ ਗੱਲ ਦਾ ਰਹਿੰਦਾ ਵੀ ਕਿਤੇ ਸਾਰਾ ਸਵੇਰੇ ਉੱਠੀਏ ਤੇ ਘਰ 'ਚ ਨਾ ਕਲੇਸ਼ ਪਿਆ ਖੜਾ ਹੋਵੇ ਸਾਹਿਬ। ਆਹ ਰੌਲਾ ਤਾਂ ਘਰ 'ਚ ਪੈ ਜਾਣਾ ਹੈ। ਆਈ ਡੋਂਟ ਵਿਸ਼ ਇਲ ਫॉर ਐਨੀਬਡੀ, ਬਟ ਮੈਨੂੰ ਲੱਗਦਾ ਵੀ ਆ ਜੋ ਕੁਝ ਹੋ ਰਿਹਾ ਹੈ, ਕਿਉਂਕਿ ਅਗਰ ਜੇ ਥੋੜਾ ਖੁੱਲ ਕੇ ਦੱਸ ਦਿਓ ਜਾਖੜ ਸਾਹਿਬ, ਤੁਸੀਂ ਕਿੱਧਰ ਇਸ਼ਾਰਾ ਕਰ ਰਹੇ ਹੋ? ਲੋਕਾਂ, ਤੁਸੀਂ ਪਿੰਡ ਦੇ ਸੱਥ 'ਚ ਜਾ ਕੇ ਬੈਠ ਕੇ ਗੱਲ ਕਰੋਗੇ, ਆ ਜਿਹੜਾ ਇਹਨਾਂ ਨੇ ਵਲਟੋਆ ਸਾਹਿਬ ਦੀ ਟਿਕਟ ਅਨਾਉਂਸ ਕੀਤੀ ਹੈ, this will have repercussions. This will have definite have repercussions, even political repercussions and maybe filial repercussions also. There ਅੱਜ ਜਿਹੜੀ ਹੈ, ਦੇਖੋ ਬਾਦਲ ਸਾਹਿਬ was unchallenged leader, ਉਹ ਬੈਠੇ ਸੀ, ਸਾਰੇ ਉਹਨਾਂ ਨਾਲ ਸੀਗੇ। ਅੱਜ ਜਿਹੜੇ ਲੋਕ ਬੈਠੇ they are not willing to accept, ਬੋਲ ਨਹੀਂ ਰਹੇ, ਚਾਹੇ ਚੰਦੂ ਮਾਜਰਾ ਸਾਹਿਬ ਚੁੱਪ ਬੈਠੇ ਹੈ, ਚਾਹੇ ਭੁੰਦੜ ਸਾਹਿਬ ਅੱਜ ਨਾਲ ਤੁਰੇ ਫਿਰਦੇ ਹੈ। ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੈਲੰਜ ਹੈ ਇਹ। ਸੁਖਬੀਰ ਬਾਦਲ ਲੀਡਰਸ਼ਿਪ ਕੁਆਲਿਟੀਜ਼ ਹੁੰਦੀ ਫਿਰ ਤਾਂ ਰੌਲਾ ਹੀ ਕੀ ਸੀਗਾ ਸਰ। ਹੀ ਇਜ਼ ਬੇਸਿਕਲੀ ਅ ਬਿਜ਼ਨਸਮੈਨ, ਹੀ ਹੈਜ਼ ਬਿਜ਼ਨਸ ਅਕਿਊਮਨ, ਬਹੁਤ ਅੱਛੇ ਬਿਜ਼ਨਸਮੈਨ ਹੈ, ਬਹੁਤ ਅੱਛਾ ਵਪਾਰ ਚੱਲ ਰਿਹਾ ਉਹਨਾਂ ਦਾ, ਐਵਰੀਵੇਅਰ ਇਜ਼ ਫਲਰਿਸ਼ਿੰਗ। ਹਿੰਦੁਸਤਾਨ ਦੀ ਇਕਨੋਮੀ ਹੀਟਾਂ ਜਾ ਰਹੀ ਹੈ, ਉਹਨਾਂ ਦੇ ਬਿਜ਼ਨਸ ਬਹੁਤ ਬੜੀਆ ਚੱਲ ਰਹੇ। ਬਟ ਐਜ਼ ਫਿਰ ਤੁਹਾਨੂੰ ਸੁਖਬੀਰ ਬਾਦਲ ਦਾ ਬਦਲ ਲੱਗਦਾ ਕੀ ਹੈ ਅਕਾਲੀ ਦਲ 'ਚ? ਆਬਜ਼ਰਵ ਕੀ ਕਰਦੇ ਹੋ? ਪੁੱਛ ਕੇ ਦੇਖੋ, ਤੁਸੀਂ ਕਿਹਨੂੰ ਫਰੋਲ ਕੇ ਦੇਖੋ, ਕਿਸੇ ਦੇ ਹੱਥ ਲਾ ਕੇ ਦੇਖੋ, ਕਿੰਨਿਆਂ ਕੋਲ ਅਚਕਨਾਂ ਤਿਆਰ ਪਈਆਂ। ਜੇ ਜਾ ਕੇ ਕਿਸੇ ਨਾਲ ਗੱਲ ਕਰਕੇ ਦੇਖੋਗੇ, ਜੇ ਆਦੇਸ਼ ਪ੍ਰਤਾਪ ਕੈਰੋ ਜੀ ਨਾਲ ਗੱਲ ਕਰਕੇ ਦੇਖੋਗੇ, ਚਾਹੇ ਜਾ ਕੇ ਚੰਦੂ ਮਾਜਰਾ ਜੀ ਨਾਲ ਗੱਲ ਕਰਕੇ ਦੇਖੋਗੇ, ਹੀ ਵਿਲ ਹੈਵ ਸੋ ਮੈਨੀ ਆਈਡੀਆਜ਼, ਵਿਜ਼ਨ, ਜਿਹੜੇ ਉਹ ਕਹਿਣਗੇ ਵੀ ਆਹ ਕਰ ਸਕਦੇ ਆ। ਉਹ ਨਹੀਂ ਕਹਿਣਗੇ ਵੀ ਮੈਂ ਕਰੂੰਗਾ, ਬਟ ਉਹ ਹੈਗੇ, ਉਹਨਾਂ ਕੋਲ ਅਰਮਾਨ ਹੈਗੇ ਵੀ ਇਸ ਤਰ੍ਹਾਂ ਪਾਰਟੀ ਨੂੰ ਚਲਾਇਆ ਜਾ ਸਕਦਾ। ਬਟ ਸੁਖਬੀਰ ਜੀ ਇਜ਼ ਨਾਟ ਵਿਲਿੰਗ ਟੂ ਲਿਸਨ, ਕਿਸੇ ਦੀ ਸੁਣਨ ਨੂੰ ਤਿਆਰ ਨਹੀਂ। ਆਖਰੀ ਸਵਾਲ ਜਾਖੜ ਸਾਹਿਬ, ਫਿਰ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਅੱਜ ਕੱਲ ਅੰਦਰ ਖਾਤੇ ਕਿ ਕਾਂਗਰਸ ਨੇ ਸਰਵੇ ਕਰਵਾਉਣਾ ਸ਼ੁਰੂ ਕਰ ਦਿੱਤਾ ਕੈਂਡੀਡੇਟਸ ਦੇ ਲਈ, ਵੀ ਅਸੀਂ ਮਤਲਬ ਕਿੱਥੇ ਟਿਕਟਾਂ ਦੇਣੀਆਂ, ਕਿਸ ਹਿਸਾਬ ਦੇ ਨਾਲ। ਇੱਕ ਉਹਦਾ ਦੱਸੋ ਵੀ ਕੀ ਸਿਚੁਏਸ਼ਨ ਕੀ ਹੈਗੀ ਆ ਇਸ ਸਮੇਂ? ਕਾਂਗਰਸ ਆਪਦੀ ਪਰਫਾਰਮੈਂਸ ਬੇਸ ਤੇ ਲੋਕਾਂ ਦੇ ਵਿੱਚ ਜਾਏਗੀ, ਜਾਂ ਪਰਸੈਪਸ਼ਨ ਜੋ ਚੱਲ ਰਹੀ ਹੈ ਕਿ ਮੋਦੀ ਦੀ ਪਰਸੈਪਸ਼ਨ ਹੈ, ਆ ਬੀਜੇਪੀ ਦੀ ਹੈ, ਅਕਾਲੀ ਦਲ ਦੀ ਹੈ, ਇਸ ਬੇਸ ਤੇ ਜਾਏਗੀ? ਡਾਇਨਾਮਿਕ ਪ੍ਰੋਸੈਸ ਹੈ, ਐਵਰੀ ਫੈਕਟਰ ਹੈਜ਼ ਟੂ ਬੀ ਕਾਊਂਟਡ, ਵਿਨੇਬਿਲਿਟੀ, ਰਿਪਰੈਜ਼ੈਂਟੇਸ਼ਨ, ਐਵਰੀ ਸੈਕਸ਼ਨ ਹੈਜ਼ ਟੂ ਬੀ ਰਿਪਰੈਜ਼ੈਂਟਡ। ਅਸੀਂ ਇਹਨਾਂ ਵਾਂਗੂ ਨਹੀਂ ਸਾਹਿਬ ਵੀ ਜਮਾ ਹੀ ਨਿਬੇੜਤਾ ਕੰਮ, ਅੱਖਾਂ ਬਸ ਤਾਂ ਸਿਰਫ ਕੁਰਸੀ ਦਿਸੀ ਜਾਂਦੀ ਹੈ। ਇਸ ਪੰਜਾਬ ਨੂੰ ਸੰਭਾਲ ਕੇ ਰੱਖਣ ਵਾਸਤੇ ਬਹੁਤ ਸਾਰੇ ਫੈਕਟਰ ਦੇਖੇ ਜਾਣਗੇ। ਡਿਵੈਲਪਮੈਂਟ ਇਜ਼ ਦਾ ਟਾਪ ਮੋਸਟ ਏਜੰਡਾ। ਡਿਵੈਲਪਮੈਂਟ ਸਫਰ ਨਹੀਂ ਹੋਣੀ ਚਾਹੀਦੀ ਪੰਜਾਬ ਦੀ। ਵੀ ਵਿਲ ਫੋਰਗੋ ਐਨੀਥਿੰਗ ਟੂ ਬੀ ਸ਼ਿਫਟਡ। ਟਿਕਟਾਂ ਪ੍ਰਧਾਨ ਸੁਨੀਲ ਜਾਖੜ ਹੀ ਦੇਣਗੇ? ਨਹੀਂ ਸਾਹਿਬ, ਸੁਨੀਲ ਜਾਖੜ ਤਾਂ ਮੈਂ ਪ੍ਰਧਾਨ ਸੁਨੀਲ ਜਾਖੜ ਬੋਲਿਆ ਸਾਹਿਬ, ਮੈਂ ਸੁਨੀਲ ਪ੍ਰਧਾਨ, ਕਾਂਗਰਸ ਪੀਸੀਸੀ ਦਾ ਪ੍ਰਧਾਨ ਵਿਲ ਬੀ ਅ ਪਾਰਟੀ। ਜੋ ਵੀ ਡਿਸੀਜਨ ਹੋਣਗੇ ਚੀਫ ਮਿਨਿਸਟਰ ਸਾਹਿਬ, ਕਾਂਗਰਸ ਹਾਈ ਕਮਾਂਡ ਤੇ ਪੀਸੀਸੀ ਪ੍ਰਧਾਨ ਤੇ ਜਿਹੜੇ ਸਾਡੇ ਜਨਰਲ ਸੈਕਟਰੀ ਇੰਚਾਰਜ, ਉਹਨਾਂ ਨੇ ਬੈਠ ਕੇ ਸਾਰੇ ਮਸਲੇ ਨੂੰ ਦੇਖਣਾ।
ਉਹਦੇ ਬਾਅਦ ਉਹ ਜਿਹੜੀ ਆਪਣੀ ਰეკਮੈਂਡੇਸ਼ਨਸ ਹੈ ਉਹ ਕਾਂਗਰਸ ਪ੍ਰੈਜ਼ੀਡੈਂਟ ਨੂੰ ਸੋਨੀਆ ਜੀ ਨੂੰ ਦੇਣਗੇ। ਸ਼ੀ ਵਿਲ ਡਿਸਾਈਡ, ਸ਼ੀ ਇਜ਼ ਦਾ ਅਲਟੀਮੇਟ ਅਥਾਰਟੀ ਕਿਹਨੂੰ ਟਿਕਟ ਮਿਲਣੀ ਹੈ। ਬਟ ਜਿਹੜੀ ਫੀਡਬੈਕ ਉਹਨਾਂ ਨੂੰ ਜਾਊਗੀ, ਇਹ ਚਾਰ ਜਿਹੜੇ ਹੈ ਇਹਨਾਂ ਨੇ ਫੁੱਲ ਫਲੈਜ ਇਲੈਕਸ਼ਨ ਮੋਡ ਤੇ ਕਦੋਂ ਤੋਂ ਆ ਰਹੇ ਆ, ਜਿਵੇਂ ਜਿਸ ਤਰ੍ਹਾਂ ਰੈਲੀਆਂ ਅਕਾਲੀ ਦਲ ਨੇ ਸ਼ੁਰੂ ਕਰ ਦਿੱਤੀਆਂ? ਅਸਤਰ ਵੀ ਆਰ ਰੈਡੀ। ਅੱਜ ਤਾਂ ਲੋਕ ਆ ਬਿਨਾਂ ਮਤਲਬ ਲੋਕਾਂ ਦੀ ਜਾਨ ਖਤਰੇ 'ਚ ਪਾ ਰਹੇ ਸਭ। ਪਹਿਲਾਂ ਆਮ ਆਦਮੀ ਪਾਰਟੀ ਵਾਲੇ ਕਰਕੇ ਗਏ ਉੱਥੇ ਪਾਟੀਆ ਸਾਹਿਬ, ਜਿੱਦਨ ਕੇਜਰੀਵਾਲ ਸਾਹਿਬ ਇੱਥੇ ਕਰਕੇ ਗਏ ਹੈ ਬਾਗੇ ਪੁਰਾਣੇ, ਉਸ ਦਿਨ ਵੀ ਤੇ ਅੱਜ ਵੀ ਅਗਰ ਦਿੱਲੀ ਦੇ ਅੰਦਰ ਤੁਸੀਂ ਬਿਨਾਂ ਮਾਸਕ ਦੇ ਜਾਂਦੇ ਰਹੋ 2000 ਰੁਪਏ ਫਾਈਨ ਹੁੰਦਾ ਹੈ। 2000 ਬਿਲਕੁਲ। ਇੱਥੇ ਆ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਪਰ ਅੱਜ ਇਹਨਾਂ ਨੂੰ ਅਕਾਲੀਆਂ ਨੂੰ ਕਿਹਾ ਵੀ ਤੁਸੀਂ ਨਾ ਕਰੋ, 2 ਦਿਨ ਠਹਿਰ ਕੇ ਕਰ ਲਿਓ। ਕਿਹੜੀ ਭੀੜ ਪਈ ਹੈ ਜੇ 8 ਮਹੀਨੇ ਪਏ ਹੈ, ਉਹ ਫੇਰ ਕਰੀ ਜਾਂਦੇ ਆ। ਦੇ ਆਰ ਰਿਸਕਿੰਗ, ਲੋਕਾਂ ਦੀ ਜਾਨ ਜੋਖਮ ਚ ਪਾ ਰਹੇ ਆਪਣੇ ਰਾਜਨੀਤਿਕ ਰੋਟੀਆਂ ਵਾਸਤੇ। ਪਰ ਇਹਦੇ ਚ ਵੀ ਜਾਖੜ ਸਾਹਿਬ ਬੜੀ ਇੰਟਰਸਟਿੰਗ ਚੀਜ਼ ਤੁਸੀਂ ਛੇੜ ਦਿੱਤੀ। ਮਤਲਬ ਜਿਹੜਾ ਨੈਸ਼ਨਲ ਡੈਥ ਰੇਟ ਹੈ 1.9 ਹੈ, ਜਿਹੜਾ ਸਟੇਟ ਦਾ ਡੈਥ ਰੇਟ ਹੈ ਉਹ 2.9 ਹੈ ਜੀ, ਹਨਾ। ਉਸ ਦੇ ਬਾਵਜੂਦ ਵੀ ਜਦੋਂ ਅਕਾਲੀ ਦਲ ਰੈਲੀਆਂ ਕਰ ਰਿਹਾ, ਕਿਆ ਸਰਕਾਰ ਦਾ ਕੰਮ ਹੀ ਹੈ ਫਿਰ ਉਹਨੂੰ ਰੋਕਣਾ? ਲੋਕਲ ਐਡਮਿਨਿਸਟ੍ਰੇਸ਼ਨ ਉਹਨੂੰ ਅਲਾਓ ਕਰ ਰਿਹਾ, ਡੀਸੀ ਐਸਐਸਪੀ ਅਲਾਓ ਕਰ ਰਿਹਾ, ਕਿਆ ਫਿਰ ਉਹਨਾਂ ਤੇ ਕੋਈ ਚੈੱਕ ਨਹੀਂ ਹੈਗਾ ਵੀ ਤੁਸੀਂ ਇਹਨਾਂ ਦੀ ਪਰਮਿਸ਼ਨ ਕਿਵੇਂ ਦੇਖ ਰਹੇ ਹੋ? ਕਿਆ ਸਾਰੀਆਂ ਰੈਲੀਆਂ ਬਿਨਾਂ ਪਰਮਿਸ਼ਨ ਤੋਂ ਹੋ ਰਹੀਆਂ? ਅੱਜ ਆਪਣੇ ਆਪ ਨੂੰ ਸ਼ਹੀਦ ਪ੍ਰੈਜ਼ੈਂਟ ਕਰਨਾ ਚਾਹੁੰਦੇ ਹੈ। ਅਗਰ ਦੇਖੋ ਸੁਖਬੀਰ ਜੀ ਨੂੰ ਹੁਣ ਤਾਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਸੀ ਵੀ ਜਦੋਂ ਜਲਾਲਾਬਾਦ ਕਰਕੇ ਆਏ ਉਹਦੇ ਬਾਅਦ ਇਹਨਾਂ ਦੇ ਆਪ ਦੇ ਕਰੋਨਾ ਹੋ ਗਿਆ। ਚਲੋ ਵਾਹਿਗੁਰੂ ਨੇ ਮਿਹਰ ਕੀਤੀ, ਇਹਨਾਂ ਕੋਲ ਰਿਸੋਰਸਿਸ ਸੀਗੇ, ਦਿੱਲੀ ਜਾ ਕੇ ਇਲਾਜ ਕਰਾਏ। ਪਰ ਮਾਤੜ ਜਿਹੜੇ ਇੱਥੇ ਤੁਰੇ ਫਿਰਦੇ ਆ ਉਹਨਾਂ ਦਾ ਕੌਣ ਹੋਊਗਾ ਸਾਹਿਬ? ਲੋਕ ਅੱਜ ਸਿੱਧੂ ਸਾਹਿਬ ਦੇ ਮੈਂ ਬਿਆਨ ਪੜ੍ਹ ਰਿਹਾ ਸੀ, ਬਲਬੀਰ ਸਿੱਧੂ ਜੀ ਦੇ, ਤੇ ਉਹਨੂੰ ਕਿਹਾ ਵੀ ਇਟਸ ਨਾਟ ਜਿਹੜੇ ਕੋਈ ਇਲਾਜ ਨਹੀਂ, ਇਲਾਜ ਤਾਂ ਵੀ ਆਪਣਾ ਧਿਆਨ ਰੱਖੀਏ। ਵੀ ਆਰ ਬੀਇੰਗ ਲਾਪਰਵਾਹ ਹੋ ਗਏ ਹੁਣ। ਲਾਪਰਵਾਹੀ ਦੇ ਵਿੱਚ ਸਾਰਿਆਂ ਦੀ ਜਾਨ ਨਾਲ ਖੇਡਣਾ ਬਣਦਾ ਨਹੀਂ। ਦੇਖੋ ਹੀ ਇਜ਼ ਅ ਰਿਸਪੌਂਸਿਬਲ। ਇਹਨਾਂ ਨੇ 10 ਸਾਲ ਤੇ ਡਿਪਟੀ ਚੀਫ ਮਿਨਿਸਟਰ ਰਹੇ ਹੈ, ਬਾਦਲ ਸਾਹਿਬ ਬੈਠੇ ਹੈ, ਸਮਝਾਉਣਾ ਚਾਹੀਦਾ ਸੁਖਬੀਰ ਹੋਰਾਂ ਨੂੰ ਵੀ ਆ ਕੀ ਕਰੀ ਜਾਂਦੇ ਹੋ, 10 ਦਿਨ ਠਹਿਰ ਕੇ ਕਰ ਲਿਓ, ਲੈਟਸ ਸੀ ਕਿਹੜੇ ਪਾਸੇ ਜਾਂਦੀ ਹੈ। ਜਾਖੜ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਸੋ ਇਸ ਸਨ ਸੁਨੀਲ ਜਾਖੜ, ਜਿਹੜੇ ਜਿਨ੍ਹਾਂ ਨੇ ਅਰੁਣ ਨਾਰੰਗ ਦੇ ਮਸਲੇ ਤੇ ਵੀ ਗੱਲਬਾਤ ਕੀਤੀ ਹੈ। ਪਰ ਵੱਡੀ ਗੱਲ ਉਹ ਕਹਿ ਰਹੇ ਨੇ ਕਿ ਪੋਲਰਾਈਜੇਸ਼ਨ ਦੀ, ਹਿੰਦੂ ਸਿੱਖ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ। ਦੂਸਰੀ ਵੱਡੀ ਗੱਲ ਜਿਹੜੀ ਉਹ ਗੱਲ ਕਰ ਰਹੇ ਨੇ ਕਿ ਇਸ ਵਾਰੀ ਇਲੈਕਸ਼ਨ ਮੋਡ ਤੇ ਪਾਰਟੀ ਥੋੜੇ ਦਿਨਾਂ ਦੇ ਤੱਕ ਜਾਏਗੀ। ਇੰਟਰਨਲ ਸਰਵੇ ਹੈ ਉਹ ਜ਼ਰੂਰ ਕੀਤੇ ਜਾ ਰਹੇ ਨੇ, ਪਰ ਵਿਨੇਬਿਲਿਟੀ ਜਿਹੜੀ ਹੈ ਕਹਿੰਦੇ ਉਸੇ ਆਧਾਰ ਤੇ ਹੀ ਜਿਹੜੀਆਂ ਟਿਕਟਾਂ ਨੇ ਉਹ ਦਿੱਤੀਆਂ ਜਾਣੀਆਂ ਨੇ। ਹਾਲਾਂਕਿ ਅਕਾਲੀ ਦਲ ਆਪਣੇ ਉਮੀਦਵਾਰਾਂ ਦਾ ਐਲਾਨ ਨਾਲ ਦੀ ਨਾਲ ਹੀ ਕਰਦਾ ਜਾ ਰਿਹਾ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।